ਤੁਸੀਂ ਦੇਖੋ ਹੁਣ 5 ਵਜੇ तक ਕਹਿੰਦੇ ਆ ਵੀ ਉਹ ਲਾ ਲੈਣਾ ਤੁਹਾਡਾ ਅੰਗੂਠਾ ਥੰਬ ਇੰਪ੍ਰੈਸ਼ਨ ਤੇ ਲੱਗਿਆ ਕਰੂਗਾ ਜੀ, ਤੁਹਾਡੀ ਹਾਜ਼ਰੀ ਲੱਗੇ। ਸਾਨੂੰ ਤਾਂ ਖੁਸ਼ੀ ਹੈ ਵੀ ਲਾਓ, ਅਸੀਂ ਤਾਂ ਕੰਮ ਕਰਨ ਵਾਲੇ ਬੰਦੇ ਆ, ਨੈਗੇਟਿਵਿਟੀ ਸਾਡੇ ਮਾਈਂਡ 'ਚ ਹੈ ਹੀ ਨਹੀਂ। 9 ਤੋਂ 5 ਤੋਂ ਬਾਅਦ ਫਿਰ ਬੁਲਾਇਓ ਸਾਨੂੰ ਵੀ ਆਓ ਜੀ ਉੱਥੇ ਅੱਗ ਲੱਗੀ ਆ ਜਾਂ ਫਲਾਣੀ ਜਗ੍ਹਾ ਤੇ ਜਾਣਾ, ਫਿਰ ਅਸੀਂ ਕਹਾਂਗੇ ਨਹੀਂ ਜੀ ਸਾਡਾ ਤਾਂ ਅੰਗੂਠਾ ਨਹੀਂ ਲੱਗਦਾ। ਜਿਹੜੇ ਨੌਜਵਾਨ ਅੱਜ ਘਰਾਂ ਦੇ ਵਿੱਚ ਬੈਠੇ ਆ ਪਟਵਾਰੀਆਂ ਦੇ ਨਾਲ ਕੰਮ ਕਰਦੇ ਸੀ, ਜਿਨ੍ਹਾਂ ਨੂੰ ਇਸ਼ੂ ਸੀ, ਕੀ ਲੱਗਦਾ ਅੱਜ ਉਹਨਾਂ ਦੇ ਘਰ ਦੀ ਰੋਟੀ ਚੱਲਦੀ ਹੋਊਗੀ? ਚਾਹੀਦਾ ਜੀ, ਇਹ ਤੇ ਬੰਦੇ ਚਾਹੀਦੇ ਨੇ ਉੱਤੇ, ਜੇ ਉੱਥੇ ਰੱਖੇ ਨੇ ਇਹਨਾਂ ਨੂੰ ਵੀ ਦੇਣੇ ਚਾਹੀਦੇ। ਸਤਿ ਸ਼੍ਰੀ ਅਕਾਲ ਜੀ, ਨਿਰਪੱਖ ਪੋਸਟ ਦੇਖ ਰਹੇ ਹੋ ਤੁਸੀਂ। ਮੈਂ ਹਾਂ ਨੀਰਜ। ਲੁਧਿਆਣੇ ਦੇ ਗਿੱਲ 2 ਪਟਵਾਰਖਾਨੇ ਦੇ ਵਿੱਚ ਖੜੇ ਆ। ਪਿੱਛੇ ਦੇ ਤੁਸੀਂ ਦੇਖਿਆ ਕਿ ਪ੍ਰਸ਼ਾਸਨ ਨੇ ਜਾਂ ਸਰਕਾਰ ਨੇ ਜੋ ਵੀ ਕੀਤਾ ਕਿ ਜਿਹੜੇ ਪ੍ਰਾਈਵੇਟ ਮੁੰਡੇ ਨੇ ਪਟਵਾਰੀ ਨਹੀਂ ਬਿਠਾਉਣਗੇ। ਪਟਵਾਰੀ ਦੇ ਨਾਲ ਪ੍ਰਾਈਵੇਟ ਮੁੰਡੇ ਤਾਂ ਅੱਜ ਬੈਠੇ ਜ਼ਰੂਰ ਨਜ਼ਰ ਨਹੀਂ ਆ ਰਹੇ, ਪਰ ਲੋਕ ਜਿਹੜੇ ਨੇ ਕਿਤੇ ਨਾ ਕਿਤੇ ਪਰੇਸ਼ਾਨ ਜ਼ਰੂਰ ਨਜ਼ਰ ਆ ਰਹੇ ਨੇ, ਕਿਉਂਕਿ ਜੇ ਦੇਖਿਆ ਜਾਵੇ ਤਾਂ ਪਟਵਾਰੀ ਦੇ ਹੱਥ 2 ਹੀ ਨੇ, ਪਰ ਕੰਮ ਦਾ ਬੋਝ ਬਹੁਤ ਜ਼ਿਆਦਾ ਵਾ। ਗਿੱਲ 2 ਦੇ ਪਟਵਾਰਖਾਨੇ 'ਚ ਤੁਸੀਂ ਦੇਖ ਸਕਦੇ ਹੋ ਲੋਕ ਬੈਠੇ ਆ, ਅੱਜ ਰਸ਼ ਜ਼ਰੂਰ ਘੱਟ ਆ ਕਿਉਂਕਿ ਬਾਰਿਸ਼ ਹੋ ਰਹੀ ਆ ਤੇ ਦੁਪਹਿਰ ਦਾ ਟਾਈਮ ਆ, ਤਾਂ ਲੋਕ ਹੋ ਸਕਦਾ ਕਿ ਪਹਿਲਾਂ ਆਪਣੇ ਕੰਮ ਕਰਵਾ ਕੇ ਜਾ ਚੁੱਕੇ ਹੋਣ। ਪਰ ਜਿਹੜੇ ਮੁੰਡੇ ਹਟਾਏ ਨੇ, ਕੀ ਉਹਨਾਂ ਦੇ ਬਾਰੇ ਕਿਸੇ ਨੇ ਸੋਚਿਆ? ਕੀ ਉਹਨਾਂ ਦੇ ਪਰਿਵਾਰ ਬਾਰੇ ਸੋਚਿਆ ਕਿ ਜਿਹੜੇ ਨੌਜਵਾਨ ਪਟਵਾਰੀਆਂ ਦੇ ਨਾਲ ਐਜ਼ ਏ ਸਹਾਇਕ ਕੰਮ ਕਰਦੇ ਸੀ, ਉਹਨਾਂ ਦਾ ਘਰ ਅੱਜ ਕਿਸ ਤਰ੍ਹਾਂ ਚੱਲ ਰਿਹਾ? ਕਿਤੇ ਉਹ ਨਸ਼ੇ ਵੱਲ ਤਾਂ ਨਹੀਂ ਮੂਵ ਕਰ ਰਹੇ? ਕਿਤੇ ਉਹ ਚੋਰੀਆਂ ਡਕੈਤੀਆਂ ਕਰਨ ਲਈ ਮਜਬੂਰ ਤਾਂ ਨਹੀਂ ਹੋ ਰਹੇ? ਸਾਡੀ ਸਰਕਾਰ, ਸਾਡਾ ਜਿਹੜਾ ਬਿਊਰੋਕਰੇਟ ਆ, ਕੀ ਇਹ ਚੀਜ਼ ਨੂੰ ਸੋਚ ਰਿਹਾ? ਕਿਹੜੇ ਉਹ ਲੋਕ ਨੇ ਜਿਹੜੇ ਕਹਿੰਦੇ ਨੇ ਕਿ ਸਾਨੂੰ ਇਤਰਾਜ਼ ਆ ਕਿ ਪਟਵਾਰੀਆਂ ਦੇ ਨਾਲ ਜਿਹੜੇ ਸਹਾਇਕ ਬੈਠੇ ਨੇ ਉਹ ਗਲਤ ਕਰਦੇ ਨੇ, ਉਹ ਪੈਸੇ ਲੈਂਦੇ ਨੇ, ਰਿਸ਼ਵਤ ਲੈਂਦੇ ਨੇ? ਮੰਨ ਸਕਦੇ ਆ ਵੀ ਕੁਝ ਹੋ ਸਕਦੇ ਨੇ, ਕੋਈ ਕਾਲੀਆਂ ਭੇਡਾਂ ਹੋ ਸਕਦੀਆਂ ਨੇ ਡਿਪਾਰਟਮੈਂਟ ਦੇ, ਪਰ ਸਾਰੇ ਜਿਹੜੇ ਨੌਜਵਾਨ ਨੇ ਕੰਮ ਕਰਨ ਵਾਲੇ ਉਹ ਇਸ ਤਰ੍ਹਾਂ ਦੇ ਨਹੀਂ ਹੈਗੇ ਕਿ ਸਾਰੇ ਹੀ ਜਿਹੜੇ ਆ ਕਿ ਲੋਕਾਂ ਨੂੰ ਛਿੱਲਣ ਲੱਗੇ ਹੋਣ। ਅੱਜ ਉਹਨਾਂ ਦੇ ਪਰਿਵਾਰ ਦੇ ਵਿੱਚ ਕੀ ਰੋਟੀ ਪੱਕ ਰਹੀ ਆ? ਕੀ ਉਹ ਨੌਜਵਾਨ ਘਰ ਚਲਾ ਪਾ ਰਹੇ ਨੇ? ਇਹਦੇ ਬਾਰੇ ਸ਼ਾਇਦ ਇਸ ਪੱਖ ਬਾਰੇ ਕਿਸੇ ਨੇ ਵੀ ਨਹੀਂ ਸੋਚਿਆ ਹੋਣਾ। ਸਿੱਕੇ ਦਾ ਇੱਕ ਪਹਿਲੂ ਤਾਂ ਦੇਖਿਆ ਜਾਂਦਾ, ਪਰ ਦੂਜਾ ਕਿਸੇ ਨੇ ਦੇਖਿਆ ਇਹ ਹਲੇ ਤੱਕ ਸਾਹਮਣੇ ਨਹੀਂ ਆਇਆ। ਪਰ ਅੱਜ ਇਸ ਤੋਂ ਅਸੀਂ ਪਰਦਾ ਜ਼ਰੂਰ ਚੱਕਾਂਗੇ। ਨਿਰਪੱਖ ਪੋਸਟ 'ਤੇ ਇਹ ਚੀਜ਼ ਜ਼ਰੂਰ ਦਿਖਾਵਾਂਗੇ। ਪਟਵਾਰੀ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਕਿ ਠੀਕ ਆ, ਮੰਨ ਲੈਂਦੇ ਆ ਕਿ ਜਿਨ੍ਹਾਂ ਦੇ ਕੰਮ ਨਹੀਂ ਹੁੰਦੇ ਤਾਂ ਉਹ ਇਸ਼ੂ ਚੱਕ ਦਿੰਦੇ ਨੇ ਕਿ ਪਟਵਾਰੀਆਂ ਨੇ ਸਹਾਇਕ ਰੱਖੇ ਹੋਏ ਨੇ, ਨੌਜਵਾਨ ਨਾਲ ਰੱਖੇ ਹੋਏ ਨੇ, ਇਹ ਰਿਸ਼ਵਤ ਲੈਂਦੇ ਨੇ, ਮੋਟੇ ਪੈਸੇ ਲੈਂਦੇ ਨੇ, ਇਹਨਾਂ ਨੇ ਗੱਡੀਆਂ ਕਿੱਥੋਂ ਲਿੱਤੀਆਂ? ਇਹ ਸਵਾਲ ਅਕਸਰ ਹੁੰਦੇ ਨੇ। ਸੋ ਜਾਇਜ਼ ਵੀ ਆ, ਅਸੀਂ ਵੀ ਮੰਨਦੇ ਆ ਕਿ ਜਿਹੜੇ ਪਟਵਾਰੀਆਂ ਨੇ ਸਹਾਇਕ ਰੱਖਿਆ ਕਿਤੇ ਨਾ ਕਿਤੇ ਗਲਤ ਆ, ਪਰ ਸਰਕਾਰ ਨੂੰ ਸੋਚਣ ਦੀ ਲੋੜ ਨਹੀਂ ਇਹਦੇ ਤੇ ਕਿ ਕਿਉਂ ਨਾ ਉਹ ਨੌਜਵਾਨਾਂ ਨੂੰ ਡੀਸੀ ਰੇਟ ਤੇ ਭਰਤੀ ਕਰ ਲਿੱਤਾ ਜਾਵੇ। ਕਿਉਂ ਨਾ ਪਟਵਾਰੀਆਂ ਨੂੰ ਜਿੰਨੇ ਸਹਾਇਕਾਂ ਦੀ ਲੋੜ ਆ ਉਹਨੇ ਐਜ਼ ਏ ਰਿਕਾਰਡ ਡੀਸੀ ਦਫ਼ਤਰ ਦੇ ਰਾਹੀਂ ਰੱਖ ਲਿੱਤੇ ਜਾਣ। ਕਿ ਡੀਸੀ ਦਫ਼ਤਰ ਦੇ ਉੱਤੇ ਜਾਂ ਹੋਰ ਮਹਿਕਮਿਆਂ ਦੇ ਵਿੱਚ ਐਜ਼ ਏ ਡੀਸੀ ਰੇਟ ਤੇ ਨੌਜਵਾਨ ਕੰਮ ਨਹੀਂ ਕਰ ਰਹੇ? ਜੇ ਮੈਂ ਗੱਲ ਕਰਾਂ ਲੁਧਿਆਣੇ ਤਹਿਸੀਲ ਦੀ ਤਾਂ ਇੱਥੇ ਕੁਝ ਨੌਜਵਾਨ ਇਦਾਂ ਦੇ ਨੇ ਜਿਹੜੇ ਡੀਸੀ ਰੇਟ ਤੇ ਕੰਮ ਕਰਦੇ ਨੇ। ਸਰਕਾਰ ਨੇ ਉਹਨਾਂ ਨੂੰ ਵੀ ਤਾਂ ਰੱਖਿਆ ਹੀ ਹੋਇਆ, ਪ੍ਰਸ਼ਾਸਨ ਨੇ ਉਹਨਾਂ ਨੂੰ ਵੀ ਤਾਂ ਰੱਖਿਆ ਹੀ ਹੋਇਆ। ਫਿਰ ਉਹ ਨੌਜਵਾਨਾਂ ਬਾਰੇ ਕੌਣ ਸੋਚੂਗਾ? ਪਟਵਾਰੀ ਸਾਹਿਬ ਨਾਲ ਗੱਲਬਾਤ ਕਰਾਂਗੇ। ਸੋ ਮੈਂ ਦੱਸ ਦੇਵਾਂ ਕਿ ਲੁਧਿਆਣੇ ਜ਼ਿਲ੍ਹੇ ਸ਼ਹਿਰ ਦੇ ਜਿਹੜੇ ਪ੍ਰਧਾਨ ਨੇ ਵਰਿੰਦਰ ਸ਼ਰਮਾ ਜੀ ਸਾਡੇ ਨਾਲ ਨੇ, ਗੱਲਬਾਤ ਕਰ ਲੈਂਦੇ ਹਾਂ ਉਹਨਾਂ ਦੇ ਨਾਲ। ਸਰ, ਕੀ ਕਹੋਗੇ? ਲੋਕਾਂ ਨੇ ਬੜੀਆਂ ਗੱਲਾਂ ਕੀਤੀਆਂ ਨੇ, ਪਟਵਾਰੀਆਂ ਦੇ ਪੱਖ ਵੀ ਦਿਖਾਏ, ਸਾਰਿਆਂ ਦੇ ਪੱਖ ਦਿਖਾਏ। ਜਿਹੜੇ ਨੌਜਵਾਨ ਪਹਿਲਾਂ ਪਟਵਾਰੀਆਂ ਨਾਲ ਕੰਮ ਕਰਦੇ ਸੀ ਉਹਨਾਂ ਦੇ ਬਾਰੇ ਕੌਣ ਸੋਚੂਗਾ? ਪਟਵਾਰੀ ਸੋਚਣਗੇ, ਸਰਕਾਰ ਸੋਚੂ ਜਾਂ ਪ੍ਰਸ਼ਾਸਨ ਸੋਚੂ? ਅਸੀਂ ਤਾਂ ਕੀ ਸੋਚ ਸਕਦੇ ਹਾਂ ਜੀ? ਦੇਖੋ, ਇਹ ਸਰਕਾਰ ਨੂੰ ਹੀ ਸੋਚਣਾ ਪੈਣਾ ਵਾ। ਜਿੱਥੇ ਸਰਕਲਾਂ 'ਚ ਵੱਡਾ ਕੰਮ ਆ, ਅਸੀਂ ਕਹਿੰਦੇ ਆ ਵੀ ਛੋਟੇ ਸਰਕਲ ਕਰ ਦਿੱਤੇ ਜਾਣ। ਲੈਂਡ ਰਿਕਾਰਡ ਮੈਨੂਅਲ ਦੇ ਪੈਰਾ ਨੰਬਰ 3.13 ਦੇ ਅਨੁਸਾਰ ਪਹਿਲਾਂ ਇੱਕ ਸਹਾਇਕ ਪਟਵਾਰੀ ਦੀ ਪਦਵੀ ਹੁੰਦੀ ਸੀ, ਜਿੱਥੇ ਕਿ ਜਿਹੜਾ ਵੀ ਕੋਈ ਪਟਵਾਰੀ ਕੰਮ ਕਰਦਾ ਸੀ ਉਹਦੇ ਨਾਲ ਉਹਨੂੰ ਇੱਕ ਸਹਾਇਕ ਪਟਵਾਰੀ ਦਿੱਤਾ ਜਾਂਦਾ ਸੀ। ਪਰ ਜਿਉਂ-ਜਿਉਂ ਗਾਂਹ ਸਮਾਂ ਵੱਧਦਾ ਗਿਆ ਇਹ ਪੋਸਟ ਖਤਮ ਕਰ ਦਿੱਤੀ ਗਈ। ਤੇ ਹੁਣ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਸਰਕਲ ਜਿਹੜੇ ਬਹੁਤ ਜ਼ਿਆਦਾ ਨੇ, ਪਿੰਡਾਂ 'ਚ ਕੰਮ ਬਹੁਤ ਜ਼ਿਆਦਾ ਵਾ, ਸ਼ਹਿਰਾਂ 'ਚ ਕੰਮ ਬਹੁਤ ਜ਼ਿਆਦਾ, ਵੀ ਸਹਾਇਕ ਪਟਵਾਰੀ ਦੀ ਪੋਸਟ ਨੂੰ ਕ੍ਰੀਏਟ ਕਰ ਦੇਣਾ ਚਾਹੀਦਾ ਵਾ। ਕਿਉਂਕਿ PLR ਸੁਸਾਇਟੀ ਇਹਨਾਂ ਦੀ ਬਣੀ ਹੋਈ ਆ, ਉਹ 'ਚ ਉਹਨੂੰ ਤਨਖਾਹ ਦੇਈ ਜਾਓ ਤੇ ਸਾਡੇ ਕੋਲੇ ਕੰਮ ਕਰੀ ਜਾਓ। ਜਿੰਨੀਆਂ ਉਹਦੀਆਂ ਹਾਜ਼ਰੀਆਂ ਹੋਇਆ ਕਰਨਗੀਆਂ ਅਸੀਂ ਲਿਖ ਕੇ ਭੇਜ ਦਿਆ ਕਰਾਂਗੇ ਤੇ ਸਾਨੂੰ ਤਾਂ ਕੋਈ ਦਿੱਕਤ ਨਹੀਂ, ਨਾਲੇ ਸਹਾਇਕ ਬਣ ਜੂਗਾ, ਉਹਨੂੰ ਕੰਮ ਵੀ ਆਉਂਦਾ ਵਾ। ਕਿਉਂਕਿ ਦੇਖਿਆ ਜਾਵੇ ਤਾਂ ਪਟਵਾਰੀ ਦੇ ਹੱਥ ਤਾਂ 2 ਹੀ ਨੇ। ਪਟਵਾਰੀ ਕੋਲੇ ਬੋਝ ਬਹੁਤ ਜ਼ਿਆਦਾ ਕੰਮ ਦਾ, ਲੋਕਾਂ ਦੀਆਂ ਲਾਈਨਾਂ ਲੱਗਦੀਆਂ। ਕੀ ਲੱਗਦਾ ਨਹੀਂ ਕਿ ਸਰਕਾਰ ਨੂੰ ਇਸ ਵੱਲ, ਬਿਊਰੋਕਰੇਟ ਨੂੰ ਇਸ ਵੱਲ ਸੋਚਣਾ ਚਾਹੀਦਾ ਕਿ ਇਹ ਲਾਈਨਾਂ ਨਾ ਲੱਗਣ, ਜਿਹੜੇ ਸਹਾਇਕ ਨੇ ਉਹਨਾਂ ਨੂੰ ਡੀਸੀ ਰੇਟ ਤੇ ਰੱਖ ਲਿੱਤਾ ਜਾਵੇ ਤਾਂ ਜੋ ਕਿ ਤੁਹਾਡਾ ਕੰਮ ਵੀ ਸੌਖਾ ਹੋ ਜਾਵੇ ਤੇ ਲੋਕਾਂ ਦਾ ਜਿਹੜਾ ਕੰਮ ਉਹ ਵੀ ਸੌਖਾ ਹੋ ਜਾਵੇ?
ਅਸੀਂ ਤਾਂ ਕਹਿ ਹੀ ਰਹੇ ਹਾਂ ਜੀ, ਅਸੀਂ ਇੱਥੇ ਸਵੇਰੇ ਗਿੱਲ ਦੇ ਸੈਕਿੰਡ ਦੇ ਵਿੱਚ ਮੇਰੀ ਡਿਊਟੀ ਹੈ ਤੇ ਤੁਸੀਂ ਹਿਸਾਬ ਲਾਓ ਜੀ 150 ਤੋਂ 200 ਬੰਦੇ ਨੂੰ ਡੇਲੀ ਡੀਲ ਕਰਦੇ ਆ ਅਸੀਂ ਤੇ ਪਰ ਹੁਣ ਇਕੱਲੇ ਆ, ਕੋਈ ਸਹਾਇਕ ਤਾਂ ਹੈ ਨਹੀਂ ਨਾਲ। ਇੱਕ ਅੱਧੇ ਪਟਵਾਰੀ ਸਾਹਿਬ ਦੀ ਟ੍ਰੇਨਿੰਗ ਲੱਗੀ ਆ, ਉਹ ਨਾਲ ਆ ਜਾਂਦੇ ਆ ਤੇ ਜਿੰਨਾ ਕੁ ਕੰਮ ਹੁੰਦਾ ਅਸੀਂ ਕਰਦੇ ਆ। ਪਰ ਫਿਰ ਵੀ ਦੁੱਖ ਲੱਗਦਾ ਜਦੋਂ ਲੋਕ ਲਾਈਨਾਂ 'ਚ ਖੜ੍ਹਦੇ ਆ। ਸਰਕਾਰ ਦਾ ਮੋਟਿਵ ਇਹ ਆ ਲੋਕਾਂ ਨੂੰ ਇਨਸਾਫ ਮੁਹੱਈਆ ਕਰਾਉਣਾ ਜਾਂ ਕੰਮ ਛੇਤੀ ਕਰਕੇ ਦੇਣ ਦਾ, ਪਰ ਅਸੀਂ ਉਹਨਾਂ ਨੂੰ ਲਾਈਨਾਂ 'ਚ ਤਾਂ ਨਹੀਂ ਲਵਾਉਣਾ। ਲਾਈਨਾਂ 'ਚੋਂ ਕਿਉਂ ਲੱਗ ਰਹੇ ਨੇ? ਹੁਣ ਬਸ ਇਹੀ ਗੱਲ ਹੈ, ਸਰਕਾਰ ਕਹਿੰਦੀ ਪ੍ਰਾਈਵੇਟ ਬੰਦਾ ਤੁਸੀਂ ਕੋਈ ਰੱਖਣਾ ਨਹੀਂ, ਵੀ ਤੁਹਾਡੇ ਦਫ਼ਤਰ 'ਚ ਕੋਈ ਪ੍ਰਾਈਵੇਟ ਬੰਦਾ ਹੋਣਾ ਨਹੀਂ ਚਾਹੀਦਾ, ਇਸ ਲਈ ਅਸੀਂ ਕਿਸੇ ਬੰਦੇ ਨੂੰ ਰੱਖ ਨਹੀਂ ਸਕਦੇ, ਨਾ ਹੀ ਅਸੀਂ ਕਿਸੇ ਨੂੰ ਕਹਿੰਦੇ ਆ। ਤਾਂ ਮੈਂ ਤਾਂ ਇਕੱਲਾ ਕੰਮ ਕਰਦਾ ਜੀ, ਬੈਠਾ ਇੱਥੇ ਸਵੇਰ ਤੋਂ ਸ਼ਾਮ ਤੱਕ। ਜੇ ਆਪਾਂ ਪ੍ਰਾਈਵੇਟ ਅਦਾਰਿਆਂ ਦੀ ਗੱਲ ਕੀਤੀ ਜਾਵੇ ਜਾਂ ਕੋਈ ਹੋਰ ਅਦਾਰੇ ਦੀ ਗੱਲ ਕੀਤੀ ਜਾਵੇ, ਉਹਦੇ ਤੇ ਤਾਂ ਤਨਖਾਹ ਤੇ ਨੌਜਵਾਨ ਕੰਮ ਕਰਦੇ ਹੀ ਨੇ। ਕਿ ਲੱਗਦਾ ਨਹੀਂ ਵੀ ਇਹ ਡਿਪਾਰਟਮੈਂਟ 'ਚ ਵੀ ਤਨਖਾਹ ਤੇ ਜੇ ਨੌਜਵਾਨ ਕੰਮ ਕਰਦੇ ਆ ਤਾਂ ਇਹ ਦਿੱਕਤ ਕਿਹੜੇ ਲੋਕਾਂ ਨੂੰ ਆ ਰਹੀ ਆ? ਕਿ ਲੱਗਦਾ ਨਹੀਂ ਵੀ ਉਹ ਪੱਤਰਕਾਰਾਂ ਨੂੰ, ਸਾਡੇ ਭਾਈਚਾਰੇ ਨੂੰ ਦਿੱਕਤ ਆ ਰਹੀ ਆ, ਜਾਂ ਉਹ ਲੋਕਾਂ ਨੂੰ ਦਿੱਕਤ ਆ ਰਹੀ ਆ ਜਿਨ੍ਹਾਂ ਨੇ ਆਪਣੇ ਕੰਮ ਕਰਾਉਣੇ, ਉਹਨਾਂ ਦੇ ਕੰਮ ਨਹੀਂ ਹੁੰਦੇ ਤੇ ਫਿਰ ਇਸ਼ੂ ਇਹ ਲੈ ਕੇ ਬਹਿ ਜਾਂਦੇ ਨੇ? ਇਹ 'ਚ ਕਿੰਨੀ ਸੱਚਾਈ ਲੱਗਦੀ ਹੈ? ਨਹੀਂ, ਬਿਲਕੁਲ ਲੋਕਾਂ ਨੂੰ ਪ੍ਰੋਬਲਮ ਤਾਂ ਆ ਹੀ ਰਹੀ ਹੈ ਜੀ। ਦੇਖੋ ਹੁਣ ਜਿਹੜੇ ਵਿਚਾਰੇ ਸਵੇਰ ਤੋਂ ਸ਼ਾਮ ਜਦੋਂ ਟੋਕਨ ਆ ਕੇ ਦੇਈਦੇ ਆ 60-70, ਜਿਹਨੂੰ ਟੋਕਨ ਮਿਲਿਆ ਵਾ 70 ਨੰਬਰ ਹੋਵੇ ਤਾਂ ਸ਼ਾਮ ਨੂੰ ਉਹਦੀ ਵਿਚਾਰੇ ਦੀ ਵਾਰੀ ਆਉਂਦੀ ਹੈ। ਤੇ ਇਹ ਤਾਂ ਹੈ ਨਹੀਂ ਅਸੀਂ ਵਿੱਚੋਂ ਲਾਈਨ ਤੋੜ ਕੇ ਕਿਸੇ ਦਾ ਕਰਦੇ ਨਹੀਂ, ਚਾਹੇ ਜਿਹੜਾ ਮਰਜ਼ੀ ਹੋਵੇ। ਤਾਂ ਪ੍ਰੋਬਲਮ ਤਾਂ ਹੈਗੀ ਹੈ। ਸਰਕਾਰ ਨੂੰ ਵੀ ਸੋਚਣਾ ਚਾਹੀਦਾ ਵੀ ਜਿਹੜੇ ਸਰਕਲ ਵੱਡੇ ਆ ਉਹਨਾਂ ਨੂੰ ਛੋਟੇ ਕਰਨਾ ਚਾਹੀਦਾ, ਉਹਨਾਂ ਨੂੰ ਤੋੜਨਾ ਚਾਹੀਦਾ ਤੇ ਨਾਲ ਸਹਾਇਕ ਪਟਵਾਰੀਆਂ ਦੀ ਜਿਹੜੀ ਪੋਸਟ ਆ ਉਹ ਕ੍ਰੀਏਟ ਕਰਨੀ ਚਾਹੀਦੀ ਆ। ਇਹਦਾ ਹੱਲ ਕੀ ਹੋ ਸਕਦਾ ਜੀ? ਫਿਰ ਇਦਾਂ ਤਾਂ ਫਿਰ ਜਿਹੜੇ ਖੱਜਲ ਹੁਣ ਜਿਵੇਂ ਉੱਪਰਲੇ ਪਟਵਾਰੀ ਸਾਹਿਬ ਦੀ ਗੱਲ ਕਰਾਂਗੇ ਲਬਾਨਦੇ ਦੀ, ਉਹ ਇਸ ਟਾਈਮ ਹੈ ਨਹੀਂ। ਹੋ ਸਕਦਾ ਉਹਨਾਂ ਦੇ ਘਰ ਦੇ ਵਿੱਚ ਕੋਈ ਪ੍ਰੋਬਲਮ ਹੋਵੇ, ਕੋਈ ਕੰਮ ਪੈ ਗਿਆ ਹੋਵੇ, ਹੁਣ ਕੱਲਾ ਪਟਵਾਰੀ ਆ ਬੰਦ ਕਰਕੇ ਜਾਣਾ ਪਿਆ। ਕਿ ਲੱਗਦਾ ਨਹੀਂ ਵੀ ਜੇ ਡੀਸੀ ਰੇਟ ਤੇ ਮੁੰਡੇ ਰੱਖੇ ਹੁੰਦੇ ਤਾਂ ਲੋਕਾਂ ਦੇ ਕੰਮ ਹੁੰਦੇ? ਜਦੋਂ ਪਟਵਾਰੀ ਸਾਹਿਬ ਆਉਂਦੇ ਸਾਈਨ ਕਰਦੇ ਫਿਰਦਾ ਮਿਲ ਜਾਂਦੀਆਂ ਉਹਨਾਂ ਨੂੰ। ਨਹੀਂ, ਤੁਹਾਡੀ ਗੱਲ ਤਾਂ ਠੀਕ ਆ। ਉਹ ਤਾਂ ਇਸ ਟਾਈਮ ਉੱਥੇ ਗਏ ਨੇ, ਕੀ ਨਾ ਇਹਦਾ ਕੋਰਟ 'ਚ ਗਿਆ ਚਲੋ ਕੋਈ ਕੰਮ ਹੋ ਸਕਦਾ। ਤੇ ਦੂਸਰੇ ਪਾਸੇ ਕੰਮ ਤਾਂ ਦੇਖੋ ਜੀ ਕਰਨਾ ਹੀ ਆ। ਹੁਣ ਅਸੀਂ ਵੀ ਬਾਉਂਡ ਹੋ ਕੇ ਰਹਿ ਗਏ ਆ 9 ਤੋਂ 5। ਮੈਂ 9 ਤੋਂ ਪਹਿਲਾਂ ਆ ਜਾਂਦਾ, 5 ਵਜੇ ਤੋਂ ਬਾਅਦ ਜਾਣਾ। ਕਿਸੇ ਵੀ ਵਿਅਕਤੀ ਦਾ ਕੰਮ ਕੋਸ਼ਿਸ਼ ਕਰਦੇ ਆ ਵੀ ਪਹਿਲ ਦੇ ਆਧਾਰ ਤੇ ਕੀਤਾ ਜਾਵੇ, ਲੋਕਾਂ ਨੂੰ ਟਾਰਗੇਟ ਨਾ ਹੋਣਾ ਪਵੇ। ਮੈਂ ਤੁਹਾਡੇ ਚੈਨਲ ਦੇ ਰਾਹੀਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਤੁਸੀਂ ਸਾਡੇ ਕੋਲੇ ਸਿੱਧੇ ਆਓ ਤੇ ਆ ਜਿਹੜੀਆਂ ਅਸੀਂ ਸੇਵਾ ਮੁਹੱਈਆ ਕਰ ਰਹੇ ਆ ਉਹਦਾ ਫਾਇਦਾ ਉਠਾਓ ਤੇ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ। ਕੋਈ ਅਸੀਂ ਇਸ ਤਰ੍ਹਾਂ ਨਹੀਂ ਹੈਗਾ ਵੀ ਦਿਮਾਗ ਦੇ ਵਿੱਚ ਵੀ ਜਾਣ ਕੇ ਹੌਲੀ ਕੰਮ ਕਰਨਾ ਜਾਂ ਕਿਸੇ ਨੂੰ ਲਾਰਾ ਲਾ ਦਈਏ ਵੀ ਤੂੰ ਕੱਲ੍ਹ ਆਈ ਪਰਸੋਂ ਆਈ। ਪਰ ਇੱਥੇ ਜਿਹੜੀ ਵੱਡੀ ਗਿੱਲਾਂ ਦੇ ਵਿੱਚ ਪ੍ਰੋਬਲਮ ਆ ਰਹੀ, ਲੋਕਾਂ ਨੂੰ 30 ਸਾਲੇ ਦੀ ਪ੍ਰੋਬਲਮ ਆ ਰਹੀ। 30 ਸਾਲੇ ਬਹੁਤ ਸਾਰੇ ਲੋਕ 30 ਸਾਲੇ ਮੰਗਦੇ ਨੇ ਤੇ ਹੁਣ ਕੱਲਾ ਬੰਦਾ ਇੰਨਾ ਬਣਾ ਨਹੀਂ ਸਕਦਾ, ਰਿਕਾਰਡ ਦੇਖਣਾ ਪੈਂਦਾ ਜੀ ਸਾਰਾ। ਉਹੀ ਗੱਲ ਕਰਦਾ ਨਾ ਵੀ ਹੁਣ 30 ਸਾਲਾ ਰਿਕਾਰਡ ਹੋ ਗਿਆ, ਮੰਨ ਲਓ ਇਹ ਬੰਦਿਆਂ ਦੀ ਵਾਰੀ ਆ ਗਈ ਵੀ 30 ਸਾਲਾ ਰਿਕਾਰਡ ਮੇਰਾ ਦਿਓ ਜੀ, ਤੁਸੀਂ ਵਾਰੀ ਸਿਰ ਕੰਮ ਕਰ ਰਹੇ ਹੋ। 30 ਸਾਲਾ ਰਿਕਾਰਡ ਬਣਾਉਣ ਨੂੰ ਘੱਟੋ ਘੱਟ ਅੱਧਾ ਘੰਟਾ ਲੱਗੇਗਾ ਜੀ। ਨਹੀਂ ਜੀ ਨਹੀਂ, ਜ਼ਿਆਦਾ ਲੱਗਦਾ। ਅੱਧਾ ਘੰਟਾ ਤਾਂ ਚਲੋ ਮੰਨ ਲੈਨੇ, ਅੱਧਾ ਘੰਟਾ ਲੱਗਦਾ, ਬਾਕੀ ਤਾਂ ਫਰਦ ਲੈਣ ਵਾਲੇ ਤਾਂ ਖਰਾਬ ਹੋ ਰਹੇ ਨੇ। ਜੇ ਅੱਧਾ ਹੀ ਘੰਟਾ ਲੱਗਦਾ ਹੋਵੇ ਤਾਂ ਜੀ ਫਿਰ ਮੈਂ ਗਿੱਲਾਂ ਦੇ ਵਿੱਚ ਕਿਸੇ ਨੂੰ ਬੈਠਣ ਹੀ ਨਾ ਦਵਾਂ 30 ਸਾਲ ਦੇ ਰਿਕਾਰਡ ਤੇ। ਇਹ ਦੇਖਣਾ ਪੈਂਦਾ, ਟਾਈਮ ਇਹਨੂੰ ਜ਼ਰੂਰ ਲੱਗਦਾ। ਪਰ ਮੈਂ ਤੁਹਾਡੇ ਚੈਨਲ ਰਾਹੀਂ ਇਹ ਦੱਸਣਾ ਚਾਹੁੰਦਾ, ਪੰਜਾਬ ਦੇ ਵਿੱਚ ਜਿਹੜੀਆਂ ਪਟਵਾਰੀਆਂ ਦੀਆਂ 4513 ਪੋਸਟਾਂ ਸੀ, ਜਿਹਦੇ ਵਿੱਚ ਅਸੀਂ 1563 ਪਟਵਾਰੀ ਕੰਮ ਕਰਦੇ ਸੀ। ਸਰਕਾਰ ਨੂੰ ਫਾਇਦਾ ਹੋ ਰਿਹਾ ਸੀ 400 ਕਰੋੜ ਤੋਂ ਉੱਪਰ ਦਾ। ਤੇ ਜਦੋਂ ਅਸੀਂ ਇਹ ਆਵਾਜ਼ ਉਠਾਈ ਵੀ ਸਾਡੀ ਇਹ ਇੰਨੇ ਪੈਸੇ ਤੁਹਾਨੂੰ ਸਾਡੀਆਂ ਤਨਖਾਹਾਂ ਦੇਣ ਤੋਂ ਬਚ ਰਹੇ ਨੇ, ਵੀ ਤੁਸੀਂ ਸਾਨੂੰ ਫੈਸਿਲਿਟੀਆਂ ਤਾਂ ਦਿਓ, ਸਾਨੂੰ ਫੈਸਿਲਿਟੀ ਕੋਈ ਨਹੀਂ ਦਿੱਤੀ। ਆ ਜਿਹੜੇ ਬੱਚਿਆਂ ਦੀ ਭਰਤੀ ਕੀਤੀ ਇਹਨਾਂ ਨੂੰ 5000 ਰੁਪਏ ਸਟਾਈਫਨ ਮਿਲ ਰਿਹਾ। ਇਹ ਕਿੱਧਰ ਦਾ ਇਨਸਾਫ ਆ ਵੀ ਇੱਕ ਬੱਚੇ ਜਿਹੜੇ ਐਡੀ ਦੂਰੋਂ, ਕੋਈ ਬਠਿੰਡੇ ਤੋਂ ਜਾ ਰਿਹਾ ਜੀ ਗੁਰਦਾਸਪੁਰ, ਕੋਈ ਜਾ ਰਿਹਾ ਅੰਮ੍ਰਿਤਸਰ, ਕੋਈ ਜਲੰਧਰ ਜਾ ਰਿਹਾ ਹੈ, ਤਾਂ ਕਿਤੇ ਨਾ ਕਿਤੇ ਜਾ ਕੇ ਇਹਨਾਂ ਦਾ ਸ਼ੋਸ਼ਣ ਹੀ ਹੋ ਰਿਹਾ ਨਾ ਜੀ। ਤੇ ਦੂਸਰੇ ਪਾਸੇ ਕੰਪਿਊਟਰ ਤੇ PLR ਸੁਸਾਇਟੀ ਬਣਾਈ ਹੈ, ਉਹ ਸੁਸਾਇਟੀ ਤੋਂ ਤੁਸੀਂ ਫਰਦ ਲੈਣ ਜਾਂਦੇ ਹੋ, 25 ਰੁਪਏ ਪੇਜ ਲੱਗਦਾ ਵਾ। ਠੀਕ ਹੈ ਜੀ, 25 ਰੁਪਏ ਪੇਜ ਲੱਗਦਾ ਤਾਂ ਸਾਰੇ ਪਿੰਡ ਦੀ ਕੱਢ ਦਿੰਦੇ ਹੋ ਨੰਬਰ ਖਸਰੇ, ਚਾਹੇ 50 ਪੇਜ ਹੋਣ ਚਾਹੇ 100, ਤਾਂ ਉਹ ਬਹੁਤ ਜ਼ਿਆਦਾ ਫੀਸ ਬਣ ਜਾਂਦੀ ਹੈ। ਸਰਕਾਰ ਨੂੰ ਆਉਂਦਾ ਉਹ 'ਚ 4 ਰੁਪਏ ਤੇ ਕੰਪਨੀ ਲੈ ਜਾਂਦੀ 21 ਰੁਪਏ। ਸਾਨੂੰ ਫੈਸਿਲਿਟੀ ਕੀ ਦਿੰਦੇ ਆ? ਪੈਸੇ ਸਾਡੇ ਵਰਤੀ ਹੋ ਜਾਂਦੇ ਆ, ਸਾਡੇ ਮਹਿਕਮੇ ਤੇ ਤਾਂ ਕਿਤੇ ਲੱਗਦੇ ਹੀ ਨਹੀਂ ਪਏ। ਪਟਵਾਰਖਾਨਿਆਂ ਦਾ ਤੁਸੀਂ ਹਾਲ ਦੇਖ ਲਓ ਕਿੱਡਾ ਮਾੜਾ, ਜਿਲਤਾਂ ਦਾ ਹਾਲ ਦੇਖ ਲਓ, ਰਿਕਾਰਡ ਦਾ ਹਾਲ ਦੇਖ ਲਓ, ਬਹੁਤ ਹੀ ਜ਼ਿਆਦਾ ਮਾੜਾ ਵਾ। ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ, ਮੈਂ ਤੁਹਾਡੇ ਚੈਨਲ ਦੇ ਰਾਹੀਂ ਤੇ ਸਰਕਾਰ ਨੂੰ ਵੀ ਬੇਨਤੀ ਕਰਦਾ, ਕੰਮ ਜਿਹੜਾ ਵਧੀਆ ਕਰ ਰਹੇ ਹੋ, ਕਰਪਸ਼ਨ ਖਤਮ ਕਰਨ ਦਾ ਬਹੁਤ ਵਧੀਆ ਗੱਲ ਹੈ। ਅਸੀਂ ਤੁਹਾਡੇ ਨਾਲ ਆ, ਤੁਹਾਡਾ ਸਹਿਯੋਗ ਕਰ ਰਹੇ ਹਾਂ। ਤੁਹਾਡੇ ਸਾਹਮਣੇ ਸਵੇਰ ਤੋਂ ਸ਼ਾਮ ਤੱਕ ਫਰਦ ਦੇ ਉੱਤੇ ਲਿਖ ਕੇ ਦਿੰਨੇ ਆ, ਜਿੰਨੇ ਸਫ਼ੇ ਬਣਦੇ ਆ 20 ਰੁਪਏ ਦੇ ਹਿਸਾਬ ਨਾਲ, ਕਿਸੇ ਦੇ 2-3 ਬਣਦੇ ਆ ਜ਼ਿਆਦਾ ਤੋਂ ਜ਼ਿਆਦਾ। ਅਸੀਂ ਬਾਲੇ ਜਿੰਨੇ ਬਣਦੇ ਆ ਉਸ ਹਿਸਾਬ ਨਾਲ ਅਸੀਂ ਫੀਸ ਲੈਂਦੇ। ਇੰਤਕਾਲ ਦੀ ਕਿਸ ਤੋਂ ਕੋਈ ਫੀਸ ਨਹੀਂ ਲੈਂਦੇ। ਲੋਕਾਂ ਨੂੰ ਅਸੀਂ ਤਾਂ ਸੇਵਾਵਾਂ ਮੁਹੱਈਆ ਕਰਾ ਰਹੇ ਹਾਂ, ਪਰ ਸਰਕਾਰ ਦਾ ਵੀ ਫਰਜ਼ ਬਣਦਾ ਨਾ। ਇੱਥੇ ਨਾ ਲੇਡੀ ਸਰਕਾਰ ਧਰਨਿਆਂ ਚੋਂ ਨਿਕਲੀ ਸੀ ਨਾ, ਉਹਨੇ ਧਰਨੇ ਲਾਉਣੇ ਬੰਦ ਕਰਤੇ। ਮੁਲਾਜ਼ਮ ਕੋਲੇ ਹੁੰਦਾ ਕੀ ਹੈ, ਕਿਸੇ ਨੂੰ ਗੱਲ ਤੋਂ ਥੋੜੀ ਫੜ ਸਕਦਾ ਉਹ, ਸਿਰਫ ਤੇ ਸਿਰਫ ਇੱਕ ਮੁਜ਼ਾਹਰੇ ਤੇ ਧਰਨੇ ਹੀ ਲਾ ਸਕਦੇ ਸੀ। ਉਹ ਵੀ ਅਸੀਂ ਟਾਈਮ ਕੱਢ ਕੇ, ਜਿਹੜਾ ਕੋਈ ਟਾਈਮ ਲੱਗਦਾ ਸੀ, ਲੋਕਾਂ ਨੂੰ ਫਿਰ ਵੀ ਪਰੇਸ਼ਾਨੀ ਨਹੀਂ ਹੋਣ ਦਿੰਦੇ। ਤੁਸੀਂ 1.5 ਸਾਲ ਪਿੱਛੇ ਚਲੇ ਜਾਓ, ਤੁਸੀਂ ਇਹ ਦੱਸੋ 1563 ਪਟਵਾਰੀ ਪੂਰੇ ਪੰਜਾਬ 'ਚ ਕੰਮ ਕਰਦੇ ਸੀ, ਕਿਹੜੇ ਸਰਕਲ ਦਾ ਕੰਮ ਬੰਦ ਹੋਇਆ ਜੀ? ਸਰਕਾਰ ਨੂੰ ਆਮਦਨ ਨਹੀਂ ਹੋਈ ਸਾਡੇ? ਉਹ ਤਨਖਾਹ, ਉਹਨਾਂ ਤੋਂ ਤਨਖਾਹਾਂ ਤੋਂ ਬਚੇ ਨਹੀਂ ਪੈਸੇ?
ਕਿਹੜੇ ਪਿੰਡ ਦੇ ਵਿੱਚ ਫਲੱਡ ਦਾ ਕੰਮ ਸਾਡੇ ਪਟਵਾਰੀਆਂ ਨੇ ਨਹੀਂ ਕੀਤਾ? ਪੂਰੇ ਪੰਜਾਬ ਦੇ ਵਿੱਚ ਕੋਈ ਵੀ ਕਰੋਪੀ ਆਂਦੀ ਹੈ ਤੁਹਾਡੇ ਸਾਹਮਣੇ, ਉਹ ਕੀ ਨਾਂ ਇਹਦਾ, ਕਰੋਨਾ ਦੇ ਕਾਲ ਦੇ ਵਿੱਚ ਜਦੋਂ ਮਾਮਾ ਪੁੱਤ ਨੂੰ ਸਿਆਣਦੀਆਂ ਨਹੀਂ ਸੀ, ਸਾਡੇ ਕਿੰਨੇ ਪਟਵਾਰੀਆਂ ਨੇ ਦਾਹ ਸੰਸਕਾਰ ਕੀਤੇ ਨੇ? ਉਦੋਂ ਕਿੱਥੇ ਸੀ ਸਰਕਾਰਾਂ? ਉਦੋਂ ਕਿਉਂ ਨਹੀਂ ਪ੍ਰਸ਼ਾਸਨ ਨੇ ਸਾਰ ਲਈ? ਸਾਡੇ ਕਈ ਪਟਵਾਰੀ ਇਹਦੀ ਆੜ 'ਚ ਆਏ, ਉਹਨਾਂ ਨੂੰ ਤਾਂ ਜਿਹੜੀ ਬਣਦੀ ਉਹਨਾਂ ਦੀ ਰਾਸ਼ੀ ਸੀ ਉਹ ਵੀ ਨਹੀਂ ਦਿੱਤੀ, ਵੀ ਨਹੀਂ ਤੁਹਾਡੀ ਡਿਊਟੀ ਹੈ। ਫਿਰ ਅਸੀਂ 24 ਘੰਟੇ ਦੇ ਨੌਕਰ ਹਾਂ। ਤੁਸੀਂ ਦੇਖੋ ਹੁਣ 5 ਵਜੇ ਤੱਕ ਕਹਿੰਦੇ ਆ ਵੀ ਉਹ ਲਾ ਲੈਣਾ ਤੁਹਾਡਾ ਅੰਗੂਠਾ ਥੰਬ ਇੰਪ੍ਰੈਸ਼ਨ ਤੇ ਲੱਗਿਆ ਕਰੂਗਾ ਜੀ, ਤੁਹਾਡੀ ਹਾਜ਼ਰੀ ਲੱਗੇ। ਸਾਨੂੰ ਤਾਂ ਖੁਸ਼ੀ ਹੈ ਵੀ ਲਾਓ, ਅਸੀਂ ਤਾਂ ਕੰਮ ਕਰਨ ਵਾਲੇ ਬੰਦੇ ਆ, ਨੈਗੇਟਿਵਿਟੀ ਸਾਡੇ ਮਾਈਂਡ 'ਚ ਹੈ ਹੀ ਨਹੀਂ। 9 ਤੋਂ 5 ਤੋਂ ਬਾਅਦ ਫਿਰ ਬੁਲਾਇਓ ਸਾਨੂੰ ਵੀ ਆਓ ਜੀ ਉੱਥੇ ਅੱਗ ਲੱਗੀ ਆ ਜਾਂ ਫਲਾਣੀ ਜਗ੍ਹਾ ਤੇ ਜਾਣਾ, ਫਿਰ ਅਸੀਂ ਕਹਾਂਗੇ ਨਹੀਂ ਜੀ ਸਾਡਾ ਤਾਂ ਅੰਗੂਠਾ ਨਹੀਂ ਲੱਗਦਾ, ਹੁਣ ਅਸੀਂ ਕਾਹਤੇ ਜਾਈਏ? ਤਨਖਾਹ ਦੇਖਿਆ ਜਾਵੇ ਤਾਂ ਵੱਖਰੀ ਤਾਂ ਮਿਲਣੀ ਕੋਈ ਨਹੀਂ, ਤਨਖਾਹ ਕੁਛ ਵੀ ਨਹੀਂ ਜੀ, ਵੱਖਰਾ ਤਾਂ ਕਹਿੰਦੇ ਨਹੀਂ। ਅਸੀਂ ਕਹਿੰਦੇ ਤੁਸੀਂ ਆਹੀ ਮੰਨ ਜਾਓ ਜਿਹੜੀਆਂ ਜਾਇਜ਼ ਤੇ ਹੱਕੀ ਮੰਗਾਂ ਨੇ ਨਾ, ਵੀ ਤੁਸੀਂ ਉਹ 'ਚ ਮੰਗ ਲਓ, ਤੁਹਾਡਾ ਲੱਗਣਾ ਕੀ ਉਹ 'ਚ ਸਾਨੂੰ ਦੱਸੋ। ਇੱਕ 95 ਦੀ ਮੰਗ ਸੀ, ਇੱਕ ਸਾਰਤਾ ਸੀ। ਮੇਰੇ ਤੋਂ ਜਿਹੜੇ ਜੂਨੀਅਰ ਆ ਮੇਰੇ ਤੋਂ ਵੱਧ ਤਨਖਾਹ ਲੈਂਦੇ ਆ, ਮੈਂ ਸੀਨੀਅਰ ਹੋਣ ਦੇ ਨਾਤੇ ਉਹਨਾਂ ਤੋਂ ਘੱਟ ਤਨਖਾਹ ਲੈਣਾ। ਇਹ ਪਾੜਾ ਨਹੀਂਗਾ, ਕੋਰਟ ਨੇ ਵੀ ਇਹ ਫੈਸਲਾ ਦੇ ਦਿੱਤਾ ਵੀ ਇਹਨੂੰ ਲਾਗੂ ਕਰੋ। ਸਰਕਾਰ ਲਾਗੂ ਕਰਨ 'ਚ ਨਹੀਂ ਆ ਰਹੀ। ਸਾਡੀਆਂ ਮੰਗਾਂ ਹੈ ਕਿ 12 ਮੰਗਾਂ ਦਾ ਚਾਰਟ ਆ, ਤੁਹਾਨੂੰ ਦੱਸਾਂ ਤਾਂ ਉਹਦੇ ਵਿੱਚ ਕੁਝ ਵੀ ਨਹੀਂਗਾ। ਸਰਕਾਰ ਨੂੰ ਤਾਂ ਬਿਠਾ ਕੇ ਗੱਲ ਕਰਨੀ ਚਾਹੀਦੀ ਸੀ ਵੀ ਤੁਸੀਂ ਕੰਮ ਕਰੋ, ਅਸੀਂ ਤਾਂ ਕੰਮ ਕਰਨ ਨੂੰ ਤਿਆਰ ਆ, ਪਰ ਸਰਕਾਰ ਨੂੰ ਵੀ ਚਾਹੀਦਾ ਨਾ ਵੀ ਗੱਲ ਕਰੇ ਉਹ ਪੰਜਾਬ ਬੋਡੀ ਦੇ ਨਾਲ, ਉਹਨਾਂ ਨੂੰ ਬੁਲਾਵੇ ਪੰਜਾਬ ਪ੍ਰਧਾਨ ਨੂੰ। ਸਰਕਾਰ ਨੇ ਫਿਰ ਇੱਕ ਸਿਰਫ ਕਰਪਸ਼ਨ ਨੂੰ ਮੂਹਰੇ ਰੱਖ ਕੇ ਬਾਕੀ ਸਾਰੀਆਂ ਚੀਜ਼ਾਂ ਨੂੰ ਡਿਲੇ ਕਰਤਾ, ਜਾਂ ਉਹਨਾਂ ਤੇ ਪਾਣੀ ਫੇਰਤਾ, ਜਾਂ ਉਹਨਾਂ ਤੋਂ ਸੁਣਨ ਨਹੀਂ ਆਉਂਦੀ। ਨਹੀਂ ਦੇਖੋ ਜੀ, ਮਾਨ ਸਾਹਿਬ ਹਮੇਸ਼ਾ ਹੀ ਹਾਈਲਾਈਟ 'ਚ ਰਹਿੰਦੇ ਨੇ, ਉਹ ਜਿੱਥੇ ਮਰਜ਼ੀ ਜਾਣ, ਕਿਸੇ ਮੰਤਰੀ ਦੀ ਨਹੀਂ ਚੱਲਣੀ, ਕਿਸੇ ਦੀ ਕੋਈ ਗੱਲ ਨਹੀਂ ਹੋਣੀ, ਸਿਰਫ ਤੇ ਸਿਰਫ ਮਾਨ ਸਾਹਿਬ ਦੀ ਗੱਲ ਹੋਊਗੀ ਜਿੱਥੇ ਵੀ ਤੁਸੀਂ ਜਾਓਗੇ। ਜੇ ਸਾਡੇ ਜ਼ਿਲ੍ਹੇ 'ਚੋਂ ਕੋਈ ਇੱਕ ਵੀ ਬੰਦਾ ਮੰਤਰੀ ਹੁੰਦਾ ਨਾ, ਅਸੀਂ ਹੜਤਾਲ ਹੋਣ ਹੀ ਨਹੀਂ ਦੇਣੀ ਸੀ, ਅਸੀਂ ਜਾ ਕੇ ਉਹਦੇ ਕੋਲੇ ਬਹਿ ਜਾਣਾ ਸੀ, ਕਿਉਂਕਿ ਸਾਡਾ ਆਪਣਾ ਜ਼ਿਲ੍ਹਾ। ਹੁਣ ਐਡੇ ਸਿਆਣੇ ਸਾਡੇ ਇੱਥੋਂ MLA ਬਣੇ ਆ, ਸਿੱਧੂ ਸਾਹਿਬ ਨੇ, ਸੰਗੋਵਾਲ ਸਾਹਿਬ ਨੇ, ਅਸ਼ੋਕ ਪ੍ਰਾਸ਼ਰ, ਪੱਪੀ ਜੀ ਨੇ, ਬੱਗਾ ਜੀ ਨੇ, ਸਾਰੇ ਮੈਡਮ ਜੀ ਨੇ ਸਾਡੇ, ਸ਼ੀਨਾ ਜੀ, ਇਹ ਜਿਹੜੇ ਹੈ ਬਣੇ ਹੋਏ ਨੇ, ਇਹਨਾਂ 'ਚੋਂ ਕਿਸੇ ਨੂੰ ਇੱਕ ਨੂੰ ਮੰਤਰੀ ਤਾਂ ਬਣਾਓ। ਦੇਖੋ ਲੋੜ ਹੀ ਨਹੀਂ ਪੈਣੀ, ਕਿਉਂਕਿ ਇਹਨਾਂ ਦਾ ਲੋਕਾਂ ਦੇ ਨਾਲ ਸਹਿਚਾਰ ਆ। ਸਾਡੇ ਸਾਰੇ MLA ਸਾਹਿਬਾਨ ਦਾ ਇਹ ਦੁੱਖ ਸੁੱਖ ਨੂੰ ਸਮਝਦੇ ਨੇ ਸਾਰਿਆਂ ਦੇ ਨੂੰ, ਤਾਂ ਇਹਨਾਂ ਨੇ ਆਪ ਹੀ ਖਤਮ ਕਰਾ ਦੇਣੀ ਸੀ। ਹੁਣ ਜੇ ਅਸੀਂ ਗੱਲ ਕਰਦੇ ਹਾਂ, ਮਾਨ ਸਾਹਿਬ ਨੇ ਗੱਲ ਸੁਣਨੀ ਨਹੀਂ ਕਿਸੇ ਦੀ। ਜੇ ਮੰਤਰੀ ਹੋਊਗਾ ਤਾਂ ਗੱਲ ਸੁਣੂਗਾ ਨਾ, ਲੈ ਕੇ ਜਾਊ ਸਾਡੀ ਫਰਿਆਦ। ਅਸੀਂ ਤਾਂ ਇਹੀ ਬੇਨਤੀ ਕਰਦੇ ਹਾਂ ਜੀ, ਕੋਈ ਗੱਲ ਨਹੀਂ, ਤੁਸੀਂ ਸਾਡੇ ਜ਼ਿਲ੍ਹੇ 'ਚ ਇੱਕ ਬੰਦਾ ਮੰਤਰੀ ਬਣਾ ਦਿਓ, MLA ਵਧੀਆ ਜਿਹਾ, ਜਿਹੜਾ ਤੁਹਾਨੂੰ ਠੀਕ ਲੱਗਦਾ, ਤੇ ਮੰਗਾਂ ਅਸੀਂ ਆਪੀ ਉਹਨਾਂ ਤੋਂ ਮਨਾ ਲਾਂਗੇ। ਆਖਰ ਦੇ ਵਿੱਚ ਫਿਰ ਉਸ ਸਵਾਲ ਤੇ ਘੁੰਮ ਕੇ ਦੁਬਾਰੇ ਆਣਾ ਜੀ, ਜਿਹੜੇ ਨੌਜਵਾਨ ਅੱਜ ਘਰਾਂ ਦੇ ਵਿੱਚ ਬੈਠੇ ਆ, ਪਟਵਾਰੀਆਂ ਦੇ ਨਾਲ ਕੰਮ ਕਰਦੇ ਸੀ, ਜਿਨ੍ਹਾਂ ਨੂੰ ਇਸ਼ੂ ਸੀ, ਕੀ ਲੱਗਦਾ ਅੱਜ ਉਹਨਾਂ ਦੇ ਘਰ ਦੀ ਰੋਟੀ ਚੱਲਦੀ ਹੋਊਗੀ? ਨਹੀਂ ਬਿਲਕੁਲ ਜੀ, ਅਸੀਂ ਤਾਂ ਕਿਹਾ ਵੀ ਮੈਂ ਤਾਂ ਇਹ ਤੇ ਪੂਰਾ ਸਖਤੀ ਨਾਲ ਪਹਿਰਾ ਦਿੰਨਾ ਵੀ ਜੋ ਸਰਕਾਰ ਨੇ ਕਿਹਾ ਇਨਵੇਂ ਉਹਦੀ ਪਾਲਣਾ ਕਰਨੀ ਆ। ਸਰਕਾਰ ਨੇ ਕਿਹਾ ਵੀ ਤੁਹਾਡੇ ਦਫ਼ਤਰਾਂ 'ਚ ਤੁਸੀਂ 5-5 10-10 ਰੁਪਏ ਰਹਿ ਕੇ ਮੁੰਡੇ ਰੱਖੇ ਆ। ਦੇਖੋ ਜੀ, ਅਸੀਂ ਹੁਣ ਆਏ ਆ, ਮੈਂ ਪਹਿਲਾਂ ਤੋਂ ਸ਼ੁਰੂ ਤੋਂ ਵੀ ਹੈਬੋਵਾਲ ਵੀ ਲੱਗਿਆ ਰਿਹਾ, ਹੱਥੀਂ ਕੰਮ ਕਰਦੇ ਰਹੇ ਆ। ਇਸ ਤਰ੍ਹਾਂ ਨਹੀਂ, ਹੁਣ ਵੀ ਇੱਥੇ ਹੱਥੀਂ ਕੰਮ ਕਰਦੇ, ਸਾਨੂੰ ਆਉਂਦਾ ਕੰਮ ਅਸੀਂ ਕਰ ਲੈਣਾ, ਸਾਨੂੰ ਦਿੱਕਤ ਕੋਈ ਨਹੀਂ, ਪਰ ਲੋਕਾਂ ਨੂੰ ਤਾਂ ਪਰੇਸ਼ਾਨੀ ਹੁੰਦੀ ਹੈ। ਕੰਮ ਤਾਂ ਅਸੀਂ ਕਹਿੰਦੇ ਵੀ ਜਿਹੜਾ ਪਟਵਾਰੀ ਸੀਟ ਤੇ ਬੈਠਾ ਉਹ ਕਰ ਸਕਦਾ ਵਾ, ਪਰ ਲੱਗਦਾ ਨਹੀਂ ਵੀ ਇਕੱਲਾ ਪਟਵਾਰੀ ਸਾਰੇ ਕੰਮ ਨਹੀਂ ਕਰਦਾ। ਨਹੀਂ ਮੈਂ ਤੁਹਾਨੂੰ ਦੱਸਦਾ ਜੀ, ਦੇਖੋ ਜੇ ਪਟਵਾਰੀ ਜੇ ਮੈਂ 10 ਤੋਂ 15 ਫਰਦਾਂ ਲਾਵਾਂ ਤਾਂ ਫੇਰ ਲੋਕ ਕਹਿਣਗੇ। ਹੁਣ ਆ ਵੀ ਕਰਨਾ ਵਾ ਅਸੀਂ, ਜਿਹੜਾ ਲੋਕਾਂ ਦੇ ਵਿੱਚ ਸਰਟੀਫਿਕੇਟ ਵੀ ਕਰਨੇ ਆ, ਹੋਰ ਵੀ ਕਈ ਕੰਮ ਕਰਨੇ ਹੁੰਦੇ ਆ, ਤੇ ਉਸ ਲਈ ਦਿੱਕਤ ਆ, ਸਹਾਇਕ ਤਾਂ ਜ਼ਰੂਰ ਚਾਹੀਦੇ ਆ। ਉਹਨਾਂ ਦੇ ਲਈ ਕੁਝ ਐਫਰਟ ਕਰ ਰਹੇ ਹੋ ਜੀ ਤੁਸੀਂ, ਐਜ਼ ਏ ਜ਼ਿਲ੍ਹਾ ਪ੍ਰਧਾਨ ਵੀ ਹੋ, ਤੇ ਉਹਨਾਂ ਲਈ ਕੁਝ ਐਫਰਟ ਕਰ ਰਹੇ ਹੋ ਕਿ ਜਿਹੜੇ ਹੁਣ ਘਰਾਂ ਦੇ ਵਿੱਚ ਨੌਜਵਾਨ, ਲੱਗਦਾ ਨਹੀਂ ਕਿ ਉਹ ਨਸ਼ੇ ਵੱਲ ਮੂਵ ਕਰਨਗੇ ਜਾਂ ਡਿਪਰੈਸ਼ਨ ਦਾ ਸ਼ਿਕਾਰ ਹੋਣਗੇ, ਉਹਨਾਂ ਲਈ ਕੋਈ ਮੰਗ ਪੱਤਰ ਦੇ ਰਹੇ ਹੋ ਜਾਂ ਉਹਨਾਂ ਨੂੰ ਕੁਝ ਕਰ ਰਹੇ ਹੋ? ਨਹੀਂ, ਅਸੀਂ ਸਾਡੇ ਵੱਲੋਂ ਤਾਂ ਲੈਂਡ ਕਾਰਡ ਮੈਨੂਅਲ ਦੇ ਪੈਰਾ ਨੰਬਰ 3.13 ਦੇ ਅਨੁਸਾਰ ਬੜੀ ਦੇਰ ਤੋਂ ਇਹ ਸਰਕਾਰ ਨੂੰ ਸਾਡੀ ਮੰਗ ਗਈ ਹੋਈ ਆ ਵੀ ਸਾਨੂੰ ਸਹਾਇਕ ਪਟਵਾਰੀ ਪ੍ਰੋਵਾਈਡ ਕਰਾਓ ਜੀ, ਤੇ ਸਰਕਲ ਛੋਟੇ ਕਰੋ। ਉਹਦੇ ਨਾਲ ਸਰਕਾਰ ਦੇ ਨਾਲ ਹੁਣ ਗੱਲਬਾਤ ਤਾਂ ਚੱਲਦੀ ਪਈ ਹੈ, ਤੇ ਸਰਕਾਰ ਨੂੰ ਵੀ ਦੇਖਣਾ ਚਾਹੀਦਾ ਵੀ ਧਰਾਤਲ ਦੇ ਉੱਤੇ ਕੀ ਹੋ ਰਿਹਾ, ਲੋਕਾਂ ਨੂੰ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ। ਵਧੀਆ ਪ੍ਰਸ਼ਾਸਨ ਤਾਂ ਉਹੀ ਹੁੰਦਾ ਵੀ ਕਿਸੇ ਨੂੰ ਪਰੇਸ਼ਾਨੀ ਨਾ ਹੋਵੇ। ਮੈਂ ਲੈਣਾ ਤਾਂ 20 ਰੁਪਏ ਜੀ, ਲਾਈਨ ਲਵਾ ਦਿੰਦਾ ਮੈਂ ਉਹ ਪਰੇ ਤੱਕ। ਦੇਖੋ ਤੁਸੀਂ, ਕਰੋੜਪਤੀ ਬੰਦੇ ਵਿਚਾਰੇ ਜਦੋਂ ਲਾਈਨ 'ਚ ਖੜ੍ਹਦੇ ਆ, ਜਾਂ ਇੱਕ ਗਰੀਬ ਬੰਦਾ ਜਦੋਂ 40ਵੇਂ ਨੰਬਰ ਤੇ ਖੜਾ ਹੁੰਦਾ, ਮੈਨੂੰ ਦੁੱਖ ਲੱਗਦਾ ਵੀ ਮੈਂ ਇਹ ਲਾਈਨ ਲਵਾ ਕੇ ਕੰਮ ਕਰ ਰਿਹਾ। ਕਿੱਥੇ ਜੇ ਮੇਰੇ ਕੋਲ ਸਹਾਇਕ ਹੋਵੇ ਤਾਂ ਅਸੀਂ ਮਿੰਟੋ ਮਿੰਟ ਕੰਮ ਕਰਕੇ ਤੋੜ ਦਈਏ ਵਿਚਾਰਿਆਂ ਨੂੰ। 30-30 ਸਾਲੇ ਵਾਲੇ ਸਾਡੇ ਕੋਲ ਗੇੜਾ ਮਾਰਦੇ ਨੇ, ਉਹਨਾਂ ਨੂੰ ਇਸ ਗੱਲ ਤੇ ਗੁੱਸਾ ਵੀ ਲੱਗਦਾ ਵੀ ਪਟਵਾਰੀ ਸਾਹਿਬ ਸਾਨੂੰ ਜਵਾਬ ਦਿੰਦੇ, ਪਰ ਉਹ ਸਮਝਦੇ ਨੇ ਵੀ ਇੱਥੇ ਕੰਮ ਜ਼ਿਆਦਾ ਵਾ ਤੇ ਸਰਕਲ ਤੋੜਨੇ ਚਾਹੀਦੇ, ਮੁੰਡੇ ਮਿਲਣੇ ਚਾਹੀਦੇ। ਬਾਕੀ ਇਹ ਜਨਤਾ ਬੈਠੀ ਹੈ, ਤੁਸੀਂ ਇਹਨਾਂ ਨੂੰ ਪੁੱਛ ਲਓ, ਇਹ ਦੱਸ ਦੇਣਗੇ ਤੁਹਾਨੂੰ। ਗੱਲ ਕਰਾਂਗੇ ਜੀ ਇਹਨਾਂ ਨਾਲ। ਧੰਨਵਾਦ ਪਟਵਾਰੀ ਸਾਹਿਬ। ਸੋ ਦੇਖਿਆ ਕਿ ਪਟਵਾਰੀ ਸਾਹਿਬ ਨਾਲ ਗੱਲਬਾਤ ਕੀਤੀ ਆ ਕਿ ਸਹਾਇਕ ਜਿਹੜੇ ਨੌਜਵਾਨ ਨੇ, ਮੁੰਡੇ ਨੇ, ਉਹਨਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਇਹਨਾਂ ਨੂੰ, ਕਿਉਂਕਿ ਉਹਨਾਂ ਦੇ ਬਿਨਾਂ ਕੰਮ ਜਿਹੜਾ ਚਲਾਉਣਾ ਬੜਾ ਮੁਸ਼ਕਿਲ ਆ। ਕਹਿੰਦੇ ਸਾਨੂੰ ਵੀ ਦੁੱਖ ਹੁੰਦਾ ਵਾ ਜੇ ਅਸੀਂ ਕਿਸੇ ਨੂੰ ਲਾਈਨ 'ਚ ਖੜਾਉਂਦੇ ਆ ਜਾਂ ਕਿਸੇ ਨੂੰ ਅਸੀਂ ਟਾਈਮ ਲਵਾਉਂਦੇ ਆ। ਸੋ ਗੱਲਬਾਤ ਕਰਾਂਗੇ। ਇੱਥੇ ਨੌਜਵਾਨ ਬੈਠਾ ਮੁੰਡਾ, ਬਾਈ ਜੀ ਕੀ ਨਾਮ ਤੁਹਾਡਾ? ਕੀ ਨਾਮ ਬਾਈ ਜੀ? ਸੁਰਿੰਦਰ ਸਿੰਘ। ਕੀ ਕਹੋਗੇ ਕਿ ਕੰਮ ਤਾਂ ਚਲੋ ਕਹਿੰਦੇ ਪਟਵਾਰੀ ਸਾਹਿਬ ਸਹੀ ਢੰਗ ਨਾਲ ਹੋ ਰਿਹਾ, ਹੋਣਾ ਵੀ ਚਾਹੀਦਾ ਵਾ, ਕੀ ਲੱਗਦਾ ਨਹੀਂ ਵੀ ਇਕੱਲੇ ਪਟਵਾਰੀ ਸਾਹਿਬ ਦੇ 2 ਹੱਥ ਨੇ ਤੇ ਕੰਮ ਬਹੁਤ ਜ਼ਿਆਦਾ ਨੌਜਵਾਨਾਂ ਦੀ ਲੋੜ ਸੀ ਉਰੇ? ਇੱਥੇ ਘੱਟੋ ਘੱਟ ਬਹੁਤ ਵੱਡਾ ਸਰਕਲ ਹੈ ਇਹ। ਪਟਵਾਰੀ ਸਾਹਿਬ ਇਕੱਲੇ ਕੰਮ ਕਰਦੇ ਨੇ, ਲੋਕਾਂ ਨੂੰ ਵਿਚਾਰੇ ਸਵੇਰੇ ਆ ਜਾਂਦੇ ਨੇ, ਫਿਰ ਪਟਵਾਰੀ ਸਾਹਿਬ ਫਿਰ ਵੀ
ਆਪਣਾ 5 ਵਜੇ ਤੋਂ ਬਾਅਦ ਤੱਕ ਕੰਮ ਕਰਦੇ ਨੇ, ਇਕੱਲੇ ਬੰਦੇ ਦੀ ਫਰਦ ਲਾ ਕੇ ਦਿੰਦੇ ਨੇ, ਵਿੱਚ 30 ਸਾਲਾ ਜੇ ਘੱਟੋ ਘੱਟ 30 ਸਾਲਾ ਲਾਉਣੇ ਆ, ਖੁਦ ਹੀ ਰਿਕਾਰਡ ਚੱਕਦੇ ਨੇ, ਖੁਦ ਹੀ ਸਾਰਾ ਕੰਮ ਕਰਦੇ ਨੇ। ਠੀਕ ਹੈ ਜੀ, ਇੱਕ ਇਕੱਲਾ ਪਟਵਾਰੀ ਕਿੰਨਾ ਆਪ ਹੀ ਰਿਕਾਰਡ ਚੱਕੇਗਾ, ਆਪ ਹੀ ਬੈਠੇਗਾ, ਲੰਚ ਵੀ ਨਹੀਂ ਕਰਦਾ, ਔਰ ਘੱਟੋ ਘੱਟ ਇੱਥੇ 100 ਫਰਦਾ ਲੈਣ ਵਾਲੇ ਬੰਦੇ ਵਿੱਚ ਹੀ ਆਪਣੇ ਸਾਰੇ ਸਰਟੀਫਿਕੇਟ, ਬਹੁਤ ਕੰਮ ਆ, ਕਈ ਤਰ੍ਹਾਂ ਦੇ ਕੰਮ ਨੇ, ਬਹੁਤ ਤਰੀਕੇ ਦੇ ਕੰਮ ਨੇ ਜੀ। ਪਟਵਾਰੀ ਸਾਹਿਬ ਨੂੰ ਵਾਧੂ ਆ ਸਰਟੀਫਿਕੇਟਾਂ ਹੀ ਕੰਮ, ਸਰਟੀਫਿਕੇਟ ਹੀ 100 200 100 ਬੰਦਾ ਸਰਟੀਫਿਕੇਟ ਚੱਕੀ ਬੜਾ। ਇੱਥੇ ਪਟਵਾਰੀ ਸਾਹਿਬ ਨੂੰ ਕੋਈ ਨਾਲ ਹੈਲਪ ਸਹਾਇਕ ਪਟਵਾਰੀ ਸਾਹਿਬ ਚਾਹੀਦਾ, ਘੱਟੋ ਘੱਟ 2-3 ਪਟਵਾਰੀ ਨਾਲ ਸਹਾਇਕ ਚਾਹੀਦੇ ਨੇ। ਲੱਗਦਾ ਨਹੀਂ ਕਿ ਡੀਸੀ ਦਫ਼ਤਰ ਦੇ ਉੱਤੇ ਜੇ ਤਹਿਸੀਲਾਂ 'ਚ ਬੰਦੇ ਰੱਖ ਸਕਦੇ ਤਾਂ ਪਟਵਾਰਖਾਨੇ 'ਚ ਵੀ ਚਾਹੀਦਾ ਜੀ, ਇੱਥੇ ਬੰਦੇ ਚਾਹੀਦੇ ਨੇ। ਉੱਥੇ ਜੇ ਉੱਥੇ ਰੱਖੇ ਨੇ ਇਹਨਾਂ ਨੂੰ ਵੀ ਦੇਣੇ ਚਾਹੀਦੇ ਨੇ। ਵਿਚਾਰੇ ਕਿੰਨੀ ਮਿਹਨਤ, ਦੇਖੋ ਜੀ 6 ਦਿਨ ਹੋ ਗਏ, 20 ਰੁਪਏ ਇਮਾਨਦਾਰੀ ਨਾਲ ਕੰਮ ਹੋ ਰਿਹਾ, ਲਾਈਨ ਵਾਈਜ਼ ਕੰਮ ਹੋ ਰਿਹਾ, ਟਾਈਮ ਟੂ ਟਾਈਮ ਇੰਤਕਾਲ ਦਰਜ ਹੋ ਰਿਹਾ, ਸਾਰੇ ਕੰਮ ਕਰਕੇ ਦੇ ਰਹੇ ਨੇ। ਧੰਨਵਾਦ। ਸੋ ਜਿਵੇਂ ਦੱਸਿਆ ਵੀਰ ਨੇ ਕਿ ਕੰਮ ਲਾਈਨ ਵਾਈਜ਼ ਢੰਗ ਨਾਲ ਤੇ ਸਹੀ ਤਰੀਕੇ ਨਾਲ ਹੋ ਰਹੇ ਨੇ, ਪਰ ਸਹਾਇਕ ਨਾ ਹੋਣ ਕਰਕੇ ਪ੍ਰੋਬਲਮ ਹੋ ਰਹੀ ਹੈ ਕਿਤੇ ਨਾ ਕਿਤੇ। ਸੋ ਸਰਕਾਰ ਨੂੰ ਵੀ ਚਾਹੀਦਾ ਜਿਹੜੇ ਡੀਸੀ ਦਫ਼ਤਰ ਦੇ ਬੰਦੇ ਇਹਨਾਂ ਨੂੰ ਭਰਤੀ ਕਰਨੇ ਚਾਹੀਦੇ ਨੇ ਤਾਂ ਜੋ ਕਿ ਇਹ ਕੰਮ ਸੌਖਾ। ਜੇ ਮੈਂ ਗੱਲ ਕਰਾਂ ਤਾਂ ਅਸੀਂ ਪਸੀਨੋ ਪਸੀਨੀ ਹੋਏ ਖੜੇ ਹਾਂ ਤੇ ਪਟਵਾਰੀ ਸਾਹਿਬ ਨੂੰ ਵੀ ਪਸੀਨਾ ਬਹੁਤ ਜ਼ਿਆਦਾ ਆਇਆ, ਕਿਉਂਕਿ ਸਰਕਾਰ ਦੀ ਉਰੇ ਸੁਵਿਧਾ ਬਹੁਤ ਜ਼ਿਆਦਾ ਦਿੱਤੀ ਹੋਈ ਆ। ਕਹਿਣ ਦਾ ਮਤਲਬ ਵੀ ਇਨਵਰਟਰ ਤੱਕ ਵੀ ਨਹੀਂ ਹੈਗਾ ਉਰੇ, ਇਨਵਰਟਰ ਨਾ ਲੱਗਿਆ ਹੋਣ ਕਰਕੇ ਗਰਮੀ ਦੇ ਵਿੱਚ ਹੀ ਕੰਮ ਜਿਹੜਾ ਕਰਨਾ ਪੈ ਰਿਹਾ। ਇੱਥੇ ਵੀਰ ਵੀ ਨਾਲ ਨੇ, ਵੀਰ ਕੀ ਕਹੋਗੇ, ਕੰਮ ਕਿਸ ਤਰ੍ਹਾਂ ਹੋ ਰਿਹਾ ਵਾ? ਲੱਗਦਾ ਨਾ ਕਿ ਸਰਕਾਰ ਨੂੰ ਇੱਥੇ ਬੰਦੇ ਹੋਰ ਦੇਣੇ ਚਾਹੀਦੇ ਆ। ਦੇਖੋ ਜੀ, ਇਹਨਾਂ ਦੇ ਉੱਤੇ ਕੰਮ ਇੰਨਾ ਕੁ ਜ਼ਿਆਦਾ ਵਾ ਕਿ ਬੰਦੇ ਘੱਟੋ ਘੱਟ 5-7 ਨਾਲ ਚਾਹੀਦੇ ਨੇ। ਅਬ 4-5 ਦਿਨ ਹੋ ਗਏ ਰੋਜ਼ ਪਟਵਾਰੀ ਸਾਹਿਬ ਲਾਈਨਾਂ ਬੰਦੇ, ਠੀਕ ਹੈ। ਉਹਨਾਂ ਦੀ ਮੈਂ ਕੱਲ ਆਇਆ ਜੀ 4 ਵਜੇ, ਉਹਨਾਂ ਦੀ ਉਂਗਲੀ ਅੰਦਰੋਂ ਦੱਬੀ ਹੋਈ ਸੀ ਪੈਨ ਚਲਾ ਕੇ, ਦਰਦ ਹੋਣ ਲੱਗ ਗਈ। ਹਾਂ, ਦਰਦ ਹੋਣ ਲੱਗ ਗਈ, ਪਰ ਉਹਨਾਂ ਨੇ ਨਾ ਨਹੀਂ ਕੀਤੀ ਕਿਸੇ ਨੂੰ, ਤੇ ਕੰਮ ਉਹ ਕਰਦੇ ਨੇ। ਤੇ ਕਈ ਵਾਰ ਤਾਂ ਮੈਂ ਦੇਖਿਆ ਵੀ ਰੋਟੀ ਖਾਣ ਨੂੰ ਵੀ ਟਾਈਮ ਨਹੀਂ। ਹੁਣ ਆਪਾਂ ਦੇਖੋ ਖੜੇ ਆ, ਨਾ ਕੋਈ ਪੱਖਾ ਚੱਲ ਰਿਹਾ, ਨਾ ਕੋਈ ਇਨਵਰਟਰ ਆ, ਠੀਕ ਹੈ ਕਿ ਨਹੀਂ। ਸਰਕਾਰ ਨੂੰ ਚਾਹੀਦਾ ਵੀ ਇਹਨਾਂ ਨੂੰ ਸਹੂਲਤਾਂ ਦੇਣੀਆਂ ਚਾਹੀਦੀਆਂ ਨੇ, ਸਹਾਇਕ ਵੀ ਨਾਲ ਹੋਣੇ ਚਾਹੀਦੇ ਨੇ। ਕੰਮ ਜ਼ਿਆਦਾ ਹੈ ਕਿਉਂਕਿ ਫਾਰਮ ਵਾਲੇ, ਐਪਲੀਕੇਸ਼ਨ ਵਾਲੇ, ਇੰਤਕਾਲ ਵਾਲੇ ਕੰਮ, ਬਹੁਤ ਤਰ੍ਹਾਂ ਦੇ ਕੰਮ ਨੇ ਜੀ। ਬਿਲਕੁਲ, ਧੰਨਵਾਦ ਵੀਰ ਦਾ। ਸੋ ਇਹਨਾਂ ਨੇ ਵੀ ਦੱਸਿਆ ਕਿ ਸਹਾਇਕ ਬਹੁਤ ਜ਼ਰੂਰੀ ਨੇ। ਉਹ ਨੌਜਵਾਨ ਵੀ ਘਰੇ ਬੈਠੇ ਨੇ, ਕਿਤੇ ਨਾ ਕਿਤੇ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਨੇ। ਮੇਰੇ ਪਿੱਛੇ ਮਾਤਾ ਦੇਖ ਸਕਦੇ ਹੋ ਕਿ ਤੁਸੀਂ, ਬਜ਼ੁਰਗ ਮਾਤਾ ਵਾ, ਵਿਚਾਰੀ ਕੰਮ ਕਰਾਉਣ ਆਏ ਹੋਏ ਨੇ ਆਪਣਾ। ਸੋ ਗਰਮੀ ਦੇ ਵਿੱਚ ਬੈਠੇ ਹੋਏ ਨੇ। ਅੱਗੇ ਮੈਂ ਕਹੂੰਗਾ ਦਿਖਾਣ ਕਿ ਮਾਤਾ ਵੀ ਆਪਣੇ ਜਿਹੜੇ ਕਾਗਜ਼ਾਂ ਦੇ ਰਹੇ ਨੇ। ਮਾਤਾ ਜੀ ਕੀ ਕਹੋਗੇ, ਗਰਮੀ ਦੇ ਵਿੱਚ ਬੈਠੇ ਹੋ? ਸੋ ਮਾਤਾ ਜੀ ਗੱਲ ਨਹੀਂ ਕਰਨਾ ਚਾਹੁੰਦੇ। ਸੋ ਤੁਸੀਂ ਦੇਖ ਸਕਦੇ ਹੋ ਕਿ ਰਸ਼ ਜ਼ਰੂਰ ਉਸ ਟਾਈਮ ਘੱਟ ਆ ਕਿਉਂਕਿ ਬਾਹਰ ਬਾਰਿਸ਼ ਹੋ ਰਹੀ ਆ। ਟਾਈਮ ਵੀ ਤੁਸੀਂ ਜੇ ਦੇਖੋਗੇ ਤਾਂ ਮੇਰੇ ਹਿਸਾਬ ਨਾਲ 3 ਵਜੇ ਦਾ ਟਾਈਮ ਹੋ ਚੁੱਕਿਆ ਵਾ। ਪਟਵਾਰੀ ਸਾਹਿਬ ਕੰਮ ਕਰ ਰਹੇ ਨੇ। ਸੋ ਇਹ ਨੌਜਵਾਨ ਵੀ ਗੱਲ ਕਰਨਾ ਚਾਹੁੰਦਾ, ਗੱਲ ਬਾਰੇ ਕੀ ਕਹਿਣਾ ਚਾਹੋਗੇ? ਵੀਰੇ ਸਵੇਰੇ 9 ਵਜੇ ਦੇ ਹੋਏ ਆ ਅਸੀਂ, ਠੀਕ ਹੈ ਨਾ। ਸਾਰਾ ਕੰਮ ਟੋਕਨ ਵਾਈਜ਼ ਹੋ ਰਿਹਾ, ਸਾਰਿਆਂ ਦੇ ਟੋਕਨ ਲੱਗੇ ਨੇ, ਟੋਕਨਾਂ ਦੇ ਆਧਾਰ ਤੇ ਕੰਮ ਹੋ ਰਿਹਾ। ਇਹ ਨਹੀਂ ਹੈਗਾ ਵੀ ਹਾਂ ਵੀ ਜੇ ਕਿਸੇ ਦਾ ਫੋਨ ਆ ਗਿਆ ਤਾਂ ਪਹਿਲਾਂ ਸਾਡਾ ਪਹਿਲੇ ਨੰਬਰ ਤੇ ਕੰਮ ਕਰ ਦਿਓ। ਈਵਨ 1.5 ਤੋਂ 2 ਘੰਟੇ ਹੋ ਗਏ ਨੇ ਲਾਈਟ ਗਈ ਨੂੰ। ਆ ਤੁਸੀਂ ਦੇਖ ਲਓ, ਗਰਮੀ ਤੁਸੀਂ ਆਪ ਪਸੀਨੋ ਪਸੀਨੀ ਹੋਏ ਬੈਠੇ ਹੋ। ਕੁਆਲਿਟੀ ਸਮਝਦੇ ਹੋ? ਬਹੁਤ ਵੱਡੀ ਕੁਆਲਿਟੀ ਹੈ ਜਿਹੜੇ ਬੈਠੇ ਕੰਮ ਕਰ ਰਹੇ ਆ। ਤੁਸੀਂ ਯਕੀਨ ਮੰਨੋਗੇ ਉਹਨਾਂ ਨੇ ਰੋਟੀ ਤੱਕ ਨਹੀਂ ਖਾਧੀ ਦੁਪਹਿਰ ਦੀ, ਸਵੇਰ ਦੇ ਲੱਗੇ ਹੋਏ ਨੇ। ਈਵਨ ਇੱਕ ਵਾਰ ਸਿਰਫ ਚਾਹ ਪੀਤੀ ਆ, ਉਸ ਦਾ ਉੱਠ ਕੇ ਵੀ ਨਹੀਂ ਗਏ। ਸਾਰਾ ਕੰਮ ਉਹਨਾਂ ਨੂੰ ਆਪ ਹੱਥੀਂ ਕਰਨਾ ਪੈ ਰਿਹਾ। ਤੇ ਸਰਕਾਰ ਇਹਨਾਂ ਨੂੰ ਸਰਕਾਰ ਕੋਈ ਸਹੂਲਤ ਦੇਵੇ, ਸਹਾਇਕ ਪਟਵਾਰੀ ਨਹੀਂ ਦੇ ਰਹੀ, ਦੇਣੇ ਚਾਹੀਦੇ ਨਹੀਂ, ਬਣਦੇ ਨੇ। ਤੁਸੀਂ ਇਹ ਦੇਖੋ ਸਰਕਲ ਕਿੱਡਾ ਵੱਡਾ ਵਾ, ਇੱਥੇ ਇੰਨੇ ਕ ਬੰਦੇ ਵਾਪਸ ਮੁੜੇ ਨੇ ਪਟਵਾਰੀ ਸਾਹਿਬ ਨਾਲ, ਤੁਹਾਨੂੰ ਦੱਸ ਨਹੀਂ ਸਕਦੇ। ਜਿਹੜੇ ਅਗਲੇ ਆਉਂਦੇ ਨੇ ਬਾਅਦ ਚੱਲੇ ਕਹਿੰਦੇ ਨੇ ਪਟਵਾਰੀ ਸਾਹਿਬ ਸਾਡਾ ਕੰਮ ਨਹੀਂ ਹੋ ਰਿਹਾ। ਕੰਮ ਕਿਵੇਂ ਹੋਵੇ ਜੀ? ਇੱਕ 30 ਸਾਲਾ ਰਿਕਾਰਡ ਬਣਾਉਣ ਨੂੰ ਘੰਟੇ ਦੇ ਉੱਤੇ ਪਲੱਸ ਟਾਈਮ ਲੱਗ ਜਾਂਦਾ। ਹੁਣ ਮੈਂ ਵੀ 15 ਸਾਲਾ ਰਿਕਾਰਡ ਲੈਣਾ, ਮੇਰਾ ਵੀ ਟਾਈਮ ਲੱਗ ਜਾਣਾ ਇੱਥੇ, ਠੀਕ ਆ ਨਾ। ਅਸੀਂ ਸਵੇਰੇ 9 ਵਜੇ ਦੇ ਆਏ ਬੈਠੇ ਟੋਕਨ ਲੈ ਕੇ, ਹੁਣ ਸਾਡਾ ਨੰਬਰ ਲੱਗਣ ਲੱਗਿਆ ਵਾ। ਪਟਵਾਰੀ ਸਾਹਿਬ ਵੱਲੋਂ ਨਾ ਕੋਈ ਨਹੀਂ, ਪਟਵਾਰੀ ਸਾਹਿਬ ਵੱਲੋਂ ਕੋਈ ਨਾ ਨਹੀਂ ਹੈਗੀ। ਉਹ ਆਪਦਾ ਕੰਮ ਕਰ ਰਹੇ ਨੇ। ਉਹ ਤੁਸੀਂ ਇਹ ਦੇਖੋ ਵੀ ਉਹ ਬਾਥਰੂਮ ਤੱਕ ਕਰਨ ਨਹੀਂ ਗਏ, ਕੰਮ ਹੀ ਕਰ ਰਹੇ ਨੇ। ਜਿਉਂਦੇ ਹੀ ਦੇਖਿਆ ਟੇਬਲ ਦੇ ਉੱਤੇ ਬੈਠੇ ਨੇ। ਈਵਨ ਸਰਕਾਰੀ ਫੀਸ ਤੇ ਕੰਮ ਹੋ ਰਿਹਾ ਵਾ, ਪਰ ਫਰਦ ਦੇ ਉੱਤੇ ਲਿਖ ਕੇ ਦਿੱਤਾ ਜਾ ਰਿਹਾ, ਹਾਂ ਭਾਈ ਵੀ ਇੰਨੀ ਫੀਸ ਤੇਰੀ ਬਣੀ ਆ, ਇੰਨੀ ਲੈ ਰਹੇ ਨੇ। ਇਹ ਨਹੀਂ ਹੈਗਾ ਵੀ ਹਾਂ ਕੋਈ ਤਾਂ ਨਹੀਂ ਜਾਇਜ਼ ਕਿਸੇ ਤੋਂ ਪੈਸੇ ਲੈ ਰਹੇ ਨੇ। ਇੰਤਕਾਲ ਦਾ ਕੋਈ ਪੈਸਾ ਨਹੀਂ ਲੈ ਰਹੇ, ਠੀਕ ਆ। ਸਭ ਕੋਈ ਫ੍ਰੀ ਕੰਮ ਹੋ ਰਿਹਾ ਵਾ। ਬਿਲਕੁਲ। ਇੱਥੇ ਦੱਸ ਦਈਏ ਤਾਂ ਪਟਵਾਰੀ ਸਾਹਿਬ ਦੀ ਜਿਹੜੀ ਕੁਆਲਿਟੀ ਵੀ ਨਜ਼ਰ ਆ ਰਹੀ ਹੈ ਕਿ ਪਟਵਾਰੀਆਂ ਨੂੰ ਕੰਮ ਵੀ ਇਸੇ ਢੰਗ ਨਾਲ ਕਰਨਾ ਚਾਹੀਦਾ ਵਾ ਕਿ ਜੋ ਫੀਸ ਆ ਸਰਕਾਰੀ ਉਹ ਲਿੱਤੀ ਜਾ ਰਹੀ ਹੈ। ਪਰ ਲੋਕਾਂ ਦਾ ਕਹਿਣਾ ਕਿ ਸਾਨੂੰ ਇਤਰਾਜ਼ ਇਸ ਕਰਕੇ ਨਹੀਂ, ਸਾਨੂੰ ਗੁੱਸਾ ਇਸ ਕਰਕੇ ਨਹੀਂ ਕਿਉਂਕਿ ਪਟਵਾਰੀ ਸਾਹਿਬ ਲਾਈਨ ਵਾਈਜ਼ ਜਿਹੜੇ ਬੰਦੇ ਦੀ ਵਾਰੀ ਆਉਂਦੀ ਆ ਉਹਦਾ ਕੰਮ ਕਰਦੇ ਆ। ਕਿਉਂਕਿ ਲੋਕਾਂ ਨੂੰ ਇਤਰਾਜ਼ ਤਾਂ ਨਹੀਂ ਹੁੰਦਾ ਕਿ ਜਦੋਂ ਮੇਰੀ ਵਾਰੀ ਆਊਗੀ ਤਾਂ ਮੇਰਾ ਕੰਮ ਹੋ ਜਾਊਗਾ, ਕਿਉਂਕਿ ਅੱਗੋਂ ਪਿੱਛੋਂ ਆਉਣ ਵਾਲਾ ਕੋਈ ਵੀ ਨਜ਼ਰ ਨਹੀਂ ਆ ਰਿਹਾ। ਸੋ ਕਿਤੇ ਨਾ ਕਿਤੇ ਇਹ ਚੀਜ਼ਾਂ ਸੋਚਣ ਵਾਲੀਆਂ ਨੇ, ਸਰਕਾਰ ਨੂੰ ਵੀ ਸੋਚਣੀ ਚਾਹੀਦੀ। ਮੈਂ ਉੱਪਰ ਵੀ ਪਟਵਾਰਖਾਨਾ ਦਿਖਾਊਂਗਾ ਵੀ ਉਹ ਬੰਦ ਕਿਉਂ ਪਿਆ ਵਾ, ਉਹਦੇ ਕਾਰਨ ਕੀ ਨੇ। ਸੋ ਮੈਂ ਕੈਮਰਾਮੈਨ ਨੂੰ ਸਟਾਪ ਕਰ ਲੈਣ 2 ਮਿੰਟ, ਵੀਡੀਓ ਬੰਦ ਕਿਉਂ ਆ? ਬੰਦ ਇਸ ਕਰਕੇ ਆ ਕਿਉਂਕਿ ਪਟਵਾਰੀ ਸਾਹਿਬ ਨੂੰ ਅੱਜ ਥੱਲੋਂ, ਜਿਸ ਤਰ੍ਹਾਂ ਪਟਵਾਰੀ ਸਾਹਿਬ ਨੇ ਦੱਸਿਆ ਵਰਿੰਦਰ ਸ਼ਰਮਾ ਜੀ ਨੇ, ਕਿ ਅੱਜ ਇਹਨਾਂ ਦੀ ਤਰੀਕ ਸੀਗੀ ਜਿਹਦੇ ਕਰਕੇ ਕੋਰਟ ਗਏ ਆ। ਕਿਉਂਕਿ ਪਟਵਾਰੀ ਸਾਹਿਬ ਇੱਕ ਸਮੇਂ 'ਚ ਇੱਕ ਹੀ ਕੰਮ ਕਰ ਸਕਦੇ ਨੇ। ਜੇ ਅੱਜ ਨੌਜਵਾਨ ਇੱਥੇ ਡੀਸੀ ਰੇਟ ਤੇ ਭਰਤੀ ਕਿਤੇ ਹੁੰਦੇ, ਕਿਤੇ ਨਾ ਕਿਤੇ ਲੋਕਾਂ ਦੀਆਂ ਫਰਦਾਂ ਲੈ ਰਹੀਆਂ ਹੁੰਦੀਆਂ ਜਿਨ੍ਹਾਂ ਦੇ ਜ਼ਰੂਰੀ ਕੰਮ ਨੇ। ਕਿਸੇ ਨੇ ਜਾਤੀ ਸਰਟੀਫਿਕੇਟ ਤੇ ਸਾਈਨ ਕਰਾਉਣਾ, ਕਿਸੇ ਨੇ ਕੋਰਟ ਦੇ ਵਿੱਚ ਫਰਦ ਦੇਣੀ ਆ, ਕਿਸੇ ਨੇ ਵੈਲੂਏਸ਼ਨ ਕਰਾਉਣੀ ਆ, ਕਿਸੇ ਨੇ ਰਜਿਸਟਰੀ ਕਰਾਉਣੀ ਆ, ਕਿਸੇ ਨੇ ਕੋਈ ਕੰਮ ਆ। ਅੱਜ ਉਹ ਹੋ ਰਹੇ ਹੁੰਦੇ
ਤਾਂ ਜੋ ਨੌਜਵਾਨਾਂ ਨੇ ਵੀ ਸੋਚਣ ਦੀ ਲੋੜ ਆ, ਜਿਹੜੇ ਅੱਜ ਘਰਾਂ ਦੇ ਵਿੱਚ ਬੈਠੇ ਨੇ, ਇੰਨੇ ਲੰਬੇ ਸਮਾਂ ਤੋਂ ਪਟਵਾਰੀਆਂ ਦੇ ਨਾਲ ਜੁੜੇ ਸੀ, ਕਿ ਸਰਕਾਰਾਂ ਨੂੰ ਉਦੋਂ ਨਹੀਂ ਦਿਖੇ ਉਹ ਕਿ ਇਹਨਾਂ ਦੇ ਨਾਲ ਕੰਮ ਕਰਦੇ ਨੇ? ਕਿ ਸਾਡੇ ਡੀਸੀ ਸਾਹਿਬ ਨੂੰ ਨਹੀਂ ਪਤਾ ਲੱਗਿਆ ਕਿ ਪਟਵਾਰੀਆਂ ਦੇ ਨਾਲ ਇਹ ਨੌਜਵਾਨ ਕੰਮ ਕਰਦੇ ਨੇ? ਅੱਜ ਉਹ ਘਰੇ ਬੈਠੇ ਨੇ, ਡਿਪਰੈਸ਼ਨ ਦੇ ਸ਼ਿਕਾਰ ਹੋ ਰਹੇ ਨੇ, ਨਸ਼ਿਆਂ ਵੱਲ ਮੂਵ ਕਰ ਰਹੇ ਨੇ। ਅਸੀਂ ਇੱਕ ਪਾਸੇ ਤਾਂ ਨਸ਼ਿਆਂ ਤੋਂ ਕੱਢਣ ਦੀ ਨੌਜਵਾਨਾਂ ਨੂੰ ਗੱਲ ਕਰਦੇ ਹਾਂ, ਦੂਜੇ ਪਾਸੇ ਖੁਦ ਹੀ ਉਹਨਾਂ ਨੂੰ ਨਸ਼ੇ ਵੱਲ ਧੱਕ ਰਹੇ ਹਾਂ। ਕਿ ਲੱਗਦਾ ਨਹੀਂ ਕਿ ਸਾਨੂੰ ਉਹਨਾਂ ਦੀ ਸੋਚਣ ਦੀ ਲੋੜ ਆ? ਜੇ ਅੱਜ ਉਹ ਨੌਜਵਾਨ ਹੁੰਦੇ ਤਾਂ ਪਟਵਾਰਖਾਨਾ ਚੱਲ ਰਿਹਾ ਹੁੰਦਾ। ਅਤੇ ਪਟਵਾਰੀ ਸਾਹਿਬ ਦਾ ਦੋਸ਼ ਨਹੀਂ ਅਸੀਂ ਕਹਿ ਸਕਦੇ ਕਿ ਪਟਵਾਰੀ ਸਾਹਿਬ ਦਾ ਦੋਸ਼ ਆ। ਪਟਵਾਰੀ ਸਾਹਿਬ ਦਾ ਦੋਸ਼ ਇਸ ਕਰਕੇ ਨਹੀਂ ਕਿਉਂਕਿ ਉਹਨਾਂ ਨੇ ਇੱਕ ਸਮੇਂ 'ਚ ਇੱਕ ਹੀ ਕੰਮ ਕਰਨਾ। ਜੇ ਅੱਜ ਕੋਈ ਕੋਰਟ ਦੀ ਤਰੀਕ ਆ ਗਈ ਤਾਂ ਉਹ ਅੱਜ ਕੋਰਟ ਤਰੀਕ ਭੁਗਤਣ ਗਏ ਨੇ, ਪਰ ਇਹ ਪਟਵਾਰਖਾਨਾ ਇਸ ਕਰਕੇ ਬੰਦ ਪਿਆ ਵਾ। ਸੋ ਬਾਕੀ ਦੇਖਦੇ ਹਾਂ ਸਾਡੀ ਇਸ ਵੀਡੀਓ ਤੋਂ ਸਾਡਾ ਬਿਊਰੋਕਰੇਟ, ਸਾਡੀ ਸਰਕਾਰਾਂ ਕੀ ਸੇਧ ਲੈਂਦੀਆਂ ਨੇ ਜਾਂ ਕੀ ਇਸ 'ਤੇ ਕੋਈ ਅਮਲ ਕਰਦੀਆਂ ਨੇ ਕਿ ਜਿਹੜੇ ਨੌਜਵਾਨ ਘਰਾਂ 'ਚ ਬੈਠੇ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਨੇ, ਨਸ਼ਿਆਂ ਵੱਲ ਮੂਵ ਕਰਦੇ ਨੇ, ਜਿਨ੍ਹਾਂ ਨੂੰ ਅੱਜ ਪਰਿਵਾਰ ਵੀ ਚਲਾਉਣੇ ਔਖੇ ਹੋਏ, ਕੀ ਉਹਨਾਂ ਬਾਰੇ ਕੋਈ ਸੋਚੂਗਾ? ਕੀ ਉਹਨਾਂ ਦਾ ਕੋਈ ਬਾਂਹ ਫੜੂਗਾ? ਜੇ ਮਾਨ ਸਰਕਾਰ ਏਡੇ ਵੱਡੇ ਦਾਅਵੇ ਕਰਦੀ, ਏਡੀਆਂ ਗੱਲਾਂ ਕਰਦੀਆਂ, ਕੀ ਉਹਨਾਂ ਦੇ ਘਰ ਦੇ ਚੁੱਲ੍ਹੇ ਦੁਬਾਰੇ ਚੱਲਦੇ ਕਰਨਗੇ? ਕੀ ਉਹਨਾਂ ਨੂੰ ਡੀਸੀ ਰੇਟ ਤੇ ਰੱਖਣਗੇ? ਸੋ ਇਹਦੇ ਤੇ ਇੱਕ ਸਵਾਲ ਬਣਿਆ ਹੋਇਆ ਵਾ। ਉਮੀਦ ਕਰਦੇ ਹਾਂ ਕਿ ਸਰਕਾਰ ਜਾਂ ਬਿਊਰੋਕਰੇਟ ਜਲਦੀ ਇਹ 'ਤੇ ਜਿਹੜਾ ਕੋਈ ਨਾ ਕੋਈ ਐਕਸ਼ਨ ਲਊਗੀ। ਪਟਵਾਰਖਾਨਿਆਂ ਦੇ ਵਿੱਚ ਜਿਹੜੇ ਰੁਕੇ ਹੋਏ ਕੰਮ ਨੇ ਉਹ ਸੁਚਾਰੂ ਢੰਗ ਨਾਲ ਚੱਲਣਗੇ ਤੇ ਜਿਹੜੇ ਨੌਜਵਾਨ ਨੇ ਉਹ ਡਿਪਰੈਸ਼ਨ ਤੋਂ ਬਾਹਰ ਆਉਣਗੇ। ਸਾਡੀ ਇਹੀ ਇੱਕ ਮਨਸ਼ਾ ਤੇ ਸਾਡੀ ਇਹੀ ਇੱਕ ਉਮੀਦ ਆ ਕਿ ਇਹਦੇ ਤੇ ਜਲਦੀ ਤੋਂ ਜਲਦੀ ਜਿਹੜੀ ਆ ਕੋਈ ਕਾਰਵਾਈ ਕੀਤੀ ਜਾਵੇ, ਕੁਝ ਨਾ ਕੁਝ ਅਮਲ 'ਚ ਲਿਆਂਦੀ ਜਾਵੇ ਕਾਰਵਾਈ। ਸੋ ਬਣੇ ਦੀ ਸਾਡੇ ਨਾਲ ਕੈਮਰਾ ਪਰਸਨ ਬਲਵੀਰ ਬੰਟੀ, ਨੀਰਜ ਕੁਮਾਰੀ, ਪੋਸਟ ਲੁਧਿਆਣਾ।